ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਚਾਵਲਾ ਸਾਹਿਬ, ਸਤਿ ਸ੍ਰੀ ਅਕਾਲ ਸਾਰੇ ਦਰਸ਼ਕਾਂ ਸਾਰਿਆਂ ਸਰੋਤਿਆਂ ਨੂੰ ਜੀ, ਸ਼ੁਕਰੀਆ ਧੰਨਵਾਦ। ਕੀ ਹਾਲ ਚਾਲ, ਠੀਕ ਹੋ? ਵਧੀਆ ਚਾਵਲਾ ਸਾਹਿਬ, ਬਹੁਤ ਫਸਟ ਕਲਾਸ। ਤੁਸੀਂ ਸੁਣਾਓ, ਠੀਕ ਹੋ? ਆ ਬਾਬੇ ਦੀ ਕਿਰਪਾ ਜੀ। ਬਸ ਅੱਜ ਮਨ ਉਦਾਸ ਹੈ ਜੀ, ਉਸ ਬੱਚੇ ਦੇ ਸ਼ੋ ਮਸਟ ਗੋ ਆਨ, ਸ਼ੋ ਕਰਨਾ ਹੀ ਪੈਣਾ ਜੀ। ਹਾਂਜੀ ਹਾਂਜੀ, ਜੀ ਵੀ ਛੁੱਟੀ ਤੇ ਨੇ, ਉਹਨਾਂ ਦੇ ਘਰੇ ਡਿਫਰੈਂਟ ਸਮਾਗਮ ਚੱਲ ਰਿਹਾ। ਉਹਨਾਂ ਦੀ ਨੀਸ ਹੈ, ਉਹਦਾ ਬੇਬੀ ਸ਼ਾਵਰ ਆ ਉੱਥੇ। ਹਾਂਜੀ, ਉਧਰ ਖੁਸ਼ੀਆਂ ਵੱਖਰੀਆਂ ਨੇ। ਉਦੋਂ ਬਾਅਦ ਮੈਂ ਗਿਆ, ਪਹਿਲਾਂ ਬਾਬ ਦਸਾਨ ਸਾਡੇ ਵੀਰ ਮੇਅਰ ਲਿਖ ਖਲੋਤੇ ਨੇ, ਉੱਥੇ ਕੁਝ ਖੁਸ਼ੀਆਂ ਸਨ। ਪਰ ਜਿਉਂ ਹੀ ਉੱਥੋਂ ਕੁਝ ਮਿੰਟਾਂ ਦੀ ਦੂਰੀ ਤੇ ਅੱਜ ਵੀਰ ਪਲੈਨਟ ਫਾਈਨੈਂਸ਼ੀਅਲ ਦੇ ਗੌਰ ਕੁਮਾਰ ਜੀ ਦੇ ਉਸ ਅਨਮੋਲ ਨੂੰ ਅਲਵਿਦਾ ਕਹਿਣ ਗਏ ਤਾਂ ਭਈ ਹਾਲ ਦੇ ਵਿੱਚ ਸਿਸਕੀਆਂ ਹੀ ਸੀ, ਕਿਉਂਕਿ ਇੰਨੀ ਭਰ ਉਮਰ ਜਵਾਨੀ ਉਮਰ ਦੇ ਵਿੱਚ ਅਚਨਚੇਤ ਨਿੱਕੀ ਜੀ ਗਲਤੀ ਦੇ ਨਾਲ ਬੱਚਾ ਤੁਰ ਗਿਆ। ਬਹੁਤ ਅਫਸੋਸ ਹੈ, ਮਨ ਉਦਾਸ ਹੈ, ਪਰ ਸ਼ੋ ਮਸਟ ਗੋ ਹੋਣ। ਹਾਂਜੀ, ਸ਼ੋ ਮਸਟ ਗੋ ਹੋਣ। ਮੈਂ ਤਾਂ ਸਟੋਰੀ ਵੀ ਸੁਣਾਈ ਹੈ। ਗੋਇੰਦਵਾਲ ਸਾਹਿਬ ਤੁਸੀਂ ਕਿਤੇ ਦਰਸ਼ਨ ਕੀਤੇ ਆ? ਸਿੱਖੀ ਦਾ ਤੁਰਾ ਹੈ। ਹਾਂਜੀ ਹਾਂਜੀ, ਬਿਲਕੁਲ। ਚਲੋ, ਚੁਬਾਰਾ ਸਾਹਿਬ ਗਏ ਹੋ? ਚੁਬਾਰਾ ਸਾਹਿਬ ਦੇ ਵਿੱਚ ਸਭ ਮੇਨ ਚੁਬਾਰਾ ਸਾਹਿਬ ਆ, ਕਿਉਂਕਿ ਬੌਲੀ ਸਾਹਿਬ ਦੀ ਸੇਵਾ ਤਾਂ ਗੁਰੂ ਮਹਾਰਾਜ ਨੇ ਕਰਵਾਈ ਨਾ, ਲੰਗਰ ਬੜਾ ਵੱਡਾ ਉੱਥੇ। ਤੇ ਚੁਬਾਰਾ ਸਾਹਿਬ ਆ ਜਿੱਥੇ ਗੁਰੂ ਨਾਨਕ ਮਹਾਰਾਜ ਦੀ ਹੱਥ ਲਿਖਤ ਪੋਥੀਆਂ ਜਿਹੜੀਆਂ ਸੀ, ਗੁਰਬਾਣੀ ਸੀ, ਬਾਬਾ ਮੋਹਨ ਜੀ ਪਾਸ ਸੀਗੀਆਂ। ਤੇ ਜਦੋਂ ਇਹ ਬੀੜ ਤਿਆਰ ਕੀਤੀ ਜਾ ਰਹੀ ਸੀ, ਬਾਬਾ ਮੋਹਨ ਜੀ ਦੇ ਪਾਸ ਪੋਥੀਆਂ ਲੈਣ ਵਾਸਤੇ ਪਹਿਲਾਂ ਕਿਸੇ ਨੂੰ ਭੇਜਿਆ, ਫਿਰ ਕਿਸੇ ਨੂੰ ਭੇਜਿਆ, ਫਿਰ ਗੁਰੂ ਸਾਹਿਬ ਆਪ ਚੱਲ ਕੇ ਤੇ ਸ਼ਬਦ ਉਚਾਰਿਆ ਸੀ, ਮੋਹਨ ਤੇਰੇ ਸੁੰਦਰ ਮਹਿਲ ਉਪਾਰਾ, ਸਮਥਿੰਗ ਲਾਈਕ, ਮੈਂ ਗਲਤ ਨਹੀਂ ਬੋਲਣਾ ਚਾਹਦਾ, ਉੱਚੇ ਮਹਿਲ ਉਪਾਰਾ ਉੱਥੇ ਲਿਖਿਆ ਹੋਇਆ ਸ਼ਬਦ। ਚੁਬਾਰਾ ਸਾਹਿਬ ਗੁਰਦੁਆਰਾ ਸਾਹਿਬ ਆ, ਉੱਥੇ 2 ਮੰਜ਼ਿਲਾ ਘਰ ਸੀਗਾ ਬਾਬਾ ਜੀ ਦਾ ਉਸ ਵਕਤ। ਉਹ ਥੱਲੇ ਇੱਕ ਖੂਹ ਵੀ ਹੈਗਾ, ਇੱਕ ਚੁੱਲ੍ਹਾ ਵੀ ਹੈਗਾ, ਤੇ ਇੱਕ ਉੱਥੇ ਕਿੱਲੀ ਹੈ ਜਿੱਥੇ ਬੰਦਗੀ ਕਰਦੇ ਸਨ ਗੁਰੂ ਅਮਰਦਾਸ ਜੀ ਮਹਾਰਾਜ। ਤੇ ਉਹਦੇ ਨਾਲ ਇੱਕ ਛੋਟਾ ਜਿਹਾ ਕਮਰਾ ਹੈ, ਤੇ ਇੱਕ ਕਮਰੇ ਦੇ ਬਾਹਰ ਸਟੋਰੀ ਲਿਖੀ ਹੋਈ ਹੈ, ਤਈਏ ਤਾਪ ਵਾਲੀ। ਪੁਰਾਣੇ ਸਮੇਂ ਦੇ ਵਿੱਚ ਇਹੋ ਜਿਹੀ ਬਿਮਾਰੀਆਂ ਹੁੰਦੀਆਂ ਸੀ। ਮੈਂ ਸਟੋਰੀ ਸੁਣਾਈ ਹੈ ਪਹਿਲਾਂ ਵੀ, ਦੁਬਾਰਾ ਰਿਪੀਟ ਕਰ ਦਿੰਦਾ। ਤਈਏ ਤਾਪ ਵਾਲੀ ਹੋਣੀ ਦੀ ਗੱਲ ਕੀਤੀ ਸੀਗੀ। ਗੁਰੂ ਸਾਹਿਬ ਤਪ ਦੇ ਵਿੱਚ ਬੈਠੇ ਹੋਏ ਨੇ, ਤਪੱਸਿਆ ਕਰ ਰਹੇ ਨੇ, ਤੇ ਅਚਨਚੇਤ ਇੱਕ ਮਾਤਾ ਦੇ ਰੋਣ ਦੀ, ਕੁਰਲਾਉਣ ਦੀ ਆਵਾਜ਼ ਸੁਣਾਈ ਦਿੰਦੀ ਹੈ ਉਹਨਾਂ ਨੂੰ। ਅਰਥੀ ਲੈ ਕੇ ਜਾ ਰਹੇ ਸਨ, ਮਤਲਬ ਲੰਘੇ। ਵੀ ਗੁਰੂ ਸਾਹਿਬ ਨੇ ਪੁੱਛਿਆ ਵੀ ਇੰਨਾ ਚੀਕ ਝਾੜਾ ਕਾਹਦਾ, ਕੌਣ ਇੰਨਾ ਕਰੁਣਾਮਈ, ਕਿਹਦੀ ਕੀ ਗੱਲ ਹੋ ਗਈ? ਤੇ ਪਤਾ ਲੱਗਾ ਵੀ ਇੱਕ ਬਜ਼ੁਰਗ ਮਾਤਾ ਦਾ ਜਵਾਨ ਪੁੱਤ ਜਿਹੜਾ ਹੈ ਉਹ ਚੜਾਈ ਕਰ ਗਿਆ, ਦੀ ਮੌਤ। ਗੁਰੂ ਸਾਹਿਬ ਦੇ ਮੁਖਾਰਬਿੰਦ ਚੋਂ ਨਿਕਲਿਆ ਕਿ ਅੱਜ ਤੋਂ ਬਾਅਦ ਕਿਸੇ ਮਾਈ ਦਾ ਜਵਾਨ ਪੁੱਤ ਨਹੀਂ ਮਰੇਗਾ। ਉਹਦੇ ਹੁੰਦੇ ਹੋਣੀ ਵੇਖੋ ਕਿੰਨੀ ਚਲਾਕ ਹੈ, ਕਾਲ ਵੇਖੋ ਕਿੰਨਾ ਸਮਾਰਟ ਹੈ। ਉਹਨੇ ਸੈਕਿੰਡ ਨਹੀਂ ਲਾਇਆ, ਉਸੇ ਵੇਲੇ ਪਹੁੰਚ ਗਿਆ। ਹੈ ਆ ਕੀ ਹੋ ਗਿਆ? ਸੇਵਾਦਾਰ ਕਹਿੰਦਾ ਮਹਾਰਾਜ ਕਿੰਨਾ ਚਿਰ, ਵੇਖੋ ਕਹਿੰਦੇ ਜਿੰਨਾ ਚਿਰ ਸਾਡਾ ਸਰੀਰ ਗੋਇੰਦਵਾਲ ਸਾਹਿਬ ਦੇ ਵਿੱਚ, ਸਾਡਾ ਸਰੀਰ ਗੋਇੰਦਵਾਲ ਸਾਹਿਬ ਬਹੁਤ ਵੱਡਾ, ਇੱਕ ਬਹੁਤ ਵੱਡਾ ਉਸ ਵੇਲੇ ਦਾ, ਜਦੋਂ ਹੁਣ ਤੇ ਲਾ ਦਿੱਤੀ ਸਾਡੇ ਇਹਨਾਂ ਨੇ, ਉੱਥੇ ਫੋਟੋ ਲੱਗੀ ਹੁੰਦੀ ਸੀ ਹਾਲ ਦੇ ਵਿੱਚ। ਮੈਂ ਕਹਿੰਦਾ ਮੈਨੂੰ ਸਾਈਜ਼ ਨਹੀਂ ਉਹਦਾ ਪਤਾ, ਉਹਦੇ ਵਿੱਚ ਕੀ ਕੁਝ ਨਹੀਂ ਸੀ ਦਿਖਾਇਆ ਗਿਆ। ਇੱਕ ਪੇਂਟਰ ਨੇ ਬੜੀ ਤਗੜੀ ਗੋਇੰਦਵਾਲ ਸਾਹਿਬ ਦੀ ਤਸਵੀਰ ਲਾਈ ਹੁੰਦੀ ਸੀ, ਬਚਪਨ ਦੇ ਵਿੱਚ ਵੇਖੀਦਾ ਸੀਗਾ। ਪਰ ਸੇਵਾ ਦੇ ਨਾਂ ਤੇ ਸਾਰੀ ਸੇਵਾ ਕਰ ਜਾਂਦੇ ਵੀ ਇੱਥੋਂ ਚੰਗੀ ਚੀਜ਼ ਮਿਲਣੀ ਹੈ, ਲਾ ਦਿਓ। ਇਹ ਚੰਗੀ ਚੀਜ਼ ਵਾਲੀ ਫੋਟੋ ਲਾ ਦਿਓ, ਤੇ ਅਨੰਦਪੁਰ ਸਾਹਿਬ ਦੇ ਵਿੱਚ ਹੀਰ ਵਾਲੀ ਲਾ ਦਿਓ, ਸ਼ਰਾਬਾਂ ਕੱਢਣ ਵਾਲੇ ਦਿਖਾ ਦਿਓ, ਭੱਠੀਆਂ ਵਾਲੇ ਦਿਖਾ ਦਿਓ, ਉਹਦੀ ਟਿਕਟ ਲਾ ਦਿਓ। ਸੋ ਗੁਰੂ ਸਾਹਿਬ ਦੇ ਮੁਖਾਰਬਿੰਦ ਦੇ ਵਿੱਚ ਉਸੇ ਵੇਲੇ ਉਹ ਹੋਣੀ ਨੇ ਜਦੋਂ ਕਿਹਾ ਆ ਕੇ ਸੇਵਾਦਾਰ ਦੇ ਰੂਪ ਦੇ ਵਿੱਚ, ਮਹਾਰਾਜ ਕਿੰਨਾ ਚਿਰ? ਕਹਿੰਦੇ ਜਿੰਨਾ ਚਿਰ ਸਾਡਾ ਸਰੀਰ ਹੈ। ਤੇ ਉਹਨਾਂ ਚਿਰ ਵਾਕਿਆ ਹੀ ਕਹਿੰਦੇ ਨੇ ਕਿ ਗੋਇੰਦਵਾਲ ਸਾਹਿਬ ਦੇ ਵਿੱਚ ਕਿਸੇ ਜਵਾਨ ਬੱਚੇ ਦੀ ਜਿੰਨਾ ਚਿਰ ਉਹਦਾ ਮਾਂ ਪਿਓ ਜਿੰਦਾ ਸੀ ਨਹੀਂ ਮੌਤ ਹੋਈ। ਇਹ ਇਤਿਹਾਸ ਹੈ। ਸੋ ਕਰੁਣਾਮਈ ਅੱਜ ਦੇਖ ਕੇ ਆਇਆ ਮਾਹੌਲ, ਸਾਰਾ ਹਾਲ ਜਿਹੜਾ ਸੀਗਾ। ਨੌਜਵਾਨ ਬੱਚਾ, ਉਹਦੇ ਦਾ ਦੋਸਤ ਮਿੱਤਰ, ਉਹਦੇ ਸੁਨੇਹੇ, ਖਾਸ ਤੌਰ ਤੇ ਉਹਦੀ ਜਦੋਂ ਫਰੈਂਡ ਨੇ ਆ ਕੇ ਆਪਣੀ ਸਪੀਚ ਕੀਤੀ, ਜਿਹੜੀ ਜਿਹਨੇ ਉਹਦੇ ਨਾਲ ਕਿਤੇ ਸੁਪਨੇ ਲਏ ਸੀ। ਹਾਂਜੀ, ਉਦੋਂ ਫਿਰ ਹੜ ਆ ਗਿਆ ਅੱਥਰੂਆਂ ਦਾ ਸਾਰਿਆਂ ਦਾ। ਸੋ ਇਸ ਸਦਮਾ ਨਾ ਹੀ ਕਿਸੇ ਦੇ ਵਾਪਰੇ। ਮੈਂ ਤਾਂ ਹੋਣੀ ਅੱਗੇ ਵੀ ਬੇਨਤੀ ਕਰਕੇ ਹਟਿਆ ਕਿ ਹੋਣੀ
ਇਹ ਕੰਮ ਨਾ ਕਰ ਤੂੰ। ਪੱਕੇ ਫਲ ਬਥੇਰੇ ਨੇ, ਬਥੇਰੇ ਲੋਕ ਇਸ ਦੁਨੀਆ ਤੇ ਇਹੋ ਜਿਹੀਆਂ ਖੱਚਾਂ ਨੇ ਜਿਹੜੀਆਂ ਤੁਰੀਆਂ ਫਿਰਦੀਆਂ ਹੈ, ਉਹਨਾਂ ਨੂੰ ਕੋਈ ਪਰਵਾਹ ਨਹੀਂ। ਉਹ ਕਰਮ ਤੇ ਕਰਮ ਕਰੀ ਜਾਂਦੇ, ਤੁਰੀ ਜਾਂਦੇ, ਕਰੀ ਜਾਂਦੇ। ਲਾਜਾ ਉਹਨਾਂ ਨੂੰ ਉਹਨਾਂ ਬਣਾ ਸੰਸਾਰ ਕਦੇ ਰੁਕ ਚੱਲਿਆ, ਪਰ ਨਹੀਂ, ਉਹਦੀ ਮਰਜ਼ੀ ਆ ਨਾ ਬਈ, ਉਹ ਕੱਚਾ ਤੋੜ ਲੇ, ਪੱਕਾ ਤੋੜ ਲੇ, ਜਿੱਥੋਂ ਮਰਜ਼ੀ ਤੋੜ ਲੇ। ਖੈਰ ਆਪਾਂ ਵੱਧਦੇ ਅੱਗੇ। ਮਨ ਉਦਾਸ ਹੈ। ਸ਼੍ਰੋਮਣੀ ਅਕਾਲੀ ਦਲ ਵਿੱਚੋਂ ਸੁਖਬੀਰ ਤੇ ਪ੍ਰਕਾਸ਼ ਸਿੰਘ ਬਾਦਲ ਨੇ 2022 ਚੋਣਾਂ ਵਿੱਚ ਖਰਚਣ ਲਈ ਲੈ 30 ਲੱਖ ਰੁਪਏ ਸ਼੍ਰੋਮਣੀ ਅਕਾਲੀ ਦਲ ਵਿੱਚੋਂ ਖਾਤੇ ਚੋਂ, ਤੇ ਬਾਕੀ ਦੇ ਉਮੀਦਵਾਰ ਜਿਹੜੇ ਸੀ ਉਹ ਰਹੇ ਫਾਡੀ। ਹਾਂਜੀ, ਹੈਲੋ। जैसे मैं ये गल मैं कहा करना भी देखो ये साबित हो गया ना भी श्रोमणी अकाली दल उहदी निजी जागीर आ बादल परिवार की। चवला साहब ये तो स्पष्ट हो ही गया ना भी हुण तक श्रोमणी अकाली दल का HDFC खाता हैगा ते उहदे विचों इन्हां ने जिहड़ा हैगा जनवरी दे विच इन्हां नूं चैक कट्टे गए 30 लाख रुपए दे, ते वो चैक इन्हां दे अकाउंट विचों कैश भी जिहड़े हो गए इत्थे चले अकाउंट दे विच। ते बाकी क्योंकि 97 उम्मीदवार खड़ने सीगे, 20 उम्मीदवार BSP दे सीगे ते 97 सीगे इन्हां दे। 97 विचों 2 प्रकाश सिंह बादल सीगे लंबी तो ते सुखबीर बादल जलालाबाद तो सीगे ते उन्हां दी चोण लड़ी। उन्हां नूं बहुत बहुत गरीब बंदे कह के उन्हां नूं भी लोड़ हैगी आ चोणां दे विच चोण फंड दी बादलां नूं, ते इन्हां नूं चोण फंड दिओ। 30 लाख रुपए रेत नूं कट के NK शर्मा ਨੂੰ ਪੁੱਛਿਆ ਕਿ ਤੁਸੀਂ 30 ਲੱਖ, ਕਹਿੰਦਾ ਮੈਨੂੰ ਜੀ ਪਤਾ ਨਹੀਂ, ਮੈਨੂੰ ਤਾਂ ਉੱਪਰੋਂ ਆਰਡਰ ਆਇਆ ਸੀਗਾ ਕਿ ਆਪਾਂ ਫੰਡ ਦੇਣਾ ਜੀ, ਆਪਣੇ ਕੋਲ ਚੈੱਕ ਆ ਗਿਆ, ਆਪਾਂ ਨੇ ਸਾਈਨ ਕਰਤੇ ਕਿਉਂਕਿ ਉਹ ਖਜ਼ਾਨਚੀ ਹੈ ਸ਼੍ਰੋਮਣੀ ਅਕਾਲੀ ਦਲ ਦਾ। ਤੇ ਫਿਰ ਉਸ ਤੋਂ ਬਾਅਦ ਕੀ ਬਣਿਆ, ਬਣਨਾ ਬਣਾਉਣਾ ਕੀ ਹੈ ਜੀ, ਉਹਨਾਂ ਦੇ 30 ਲੱਖ ਰੁਪਏ ਸੀਗੇ। ਤੇ ਹੁਣ ਦੇਖੋ ਚੋਣ ਖਰਚਾ ਚੋਣਾਂ ਦੇ ਵਿੱਚ ਕੀ ਭਰਦੇ ਆ ਪੀਰੀਅਡ ਦੇ ਵਿੱਚ, ਉਹ ਭਰਦੇ ਆ 202 ਕਰੋੜ ਦੀ ਪ੍ਰਾਪਰਟੀ ਹੈਗੀ ਆ ਸੁਖਬੀਰ ਬਾਦਲ ਦੀ। 202 15 ਕਰੋੜ ਦੀ ਪ੍ਰਾਪਰਟੀ ਹੈਗੀ ਆ ਪ੍ਰਕਾਸ਼ ਸਿੰਘ ਬਾਦਲ ਦੀ। ਤੇ ਉਹਨਾਂ ਨੂੰ ਉਹ ਗਰੀਬ ਨੇ ਆਪਣੇ ਦਲ ਤੋਂ ਪੈਸੇ ਕਢਵਾ ਰਹੇ ਨੇ, ਕਿਸੇ ਹੋਰ ਨੂੰ ਜਿਹੜੇ ਬਹੁਤ ਗਰੀਬ ਉਮੀਦਵਾਰ ਖੜੇ ਸੀਗੇ ਨਾ ਉੱਥੇ ਜੀ ਆਪਣਾ, ਉਹਨਾਂ ਨੂੰ ਨਹੀਂ ਦਿੱਤਾ ਉਹਨਾਂ ਨੂੰ ਪੈਸਾ ਕੋਈ, ਸਿਰਫ ਆਪਣੇ ਆਪ ਨੂੰ। ਹੁਣ ਉਹਨਾਂ ਦੇ ਵਿੱਚੋਂ ਖਰਚਾ ਹੋਇਆ 17 ਲੱਖ ਰੁਪਏ ਦਾ। 17 ਲੱਖ ਰੁਪਏ ਸੁਖਬੀਰ ਬਾਦਲ ਨੇ ਖਰਚਾ ਕੀਤਾ, 17 ਲੱਖ ਦਾ ਖਰਚਾ ਕੀਤਾ ਪ੍ਰਕਾਸ਼ ਸਿੰਘ ਬਾਦਲ ਨੇ। ਪੈ ਗਏ ਖਰਚੇ, ਇਲੈਕਸ਼ਨ ਕਮਿਸ਼ਨ ਕੋਲ ਦੇਤਾ ਇਹ ਸਾਰਾ। ਪਰ ਬਾਕੀ 13 ਲੱਖ ਰੁਪਏ ਕਿੱਥੇ ਗਏ, ਇਹਦਾ ਹਿਸਾਬ ਤਾਂ ਪਤਾ ਨਹੀਂ ਕਿ ਉਹ ਪਾਰਟੀ ਕੋਲ ਜਮ੍ਹਾਂ ਮੁੜ ਕੇ ਹੋ ਗਏ ਕਿ ਉਹ ਨਹੀਂ ਹੋਏ। ਹੁਣ ਇਹ ਸੰਦਰਭ ਦੇ ਵਿੱਚ ਸਪਸ਼ਟ ਹੋ ਗਿਆ ਕਿ ਸੁਖਬੀਰ ਬਾਦਲ ਦਾ ਇਹ ਸ਼੍ਰੋਮਣੀ ਅਕਾਲੀ ਦਲ ਹੈਗਾ, ਇਹ ਨਿੱਜੀ ਜਾਗੀਰ ਹੈਗੀ ਆ ਸੁਖਬੀਰ ਬਾਦਲ ਦੀ। ਉਹ ਕਿਸੇ ਲਈ ਨਹੀਂ, ਚੋਣ ਫੰਡ ਆਉਂਦਾ ਉਹਨਾਂ ਵਾਸਤੇ ਆਉਂਦਾ। ਚੋਣ ਫੰਡ ਜੇ ਕੋਈ ਦਿੰਦਾ ਨਾ ਤਾਂ ਉਹ ਬਾਦਲਾਂ ਵਾਸਤੇ ਦਿੰਦਾ, ਨਾ ਕਿ ਪਾਰਟੀ ਵਾ ਦਿੰਦਾ। ਉਹ ਵੀ ਪਾਰਟੀ ਤਾਂ ਬਾਦਲਾਂ ਦੀ ਆ, ਇਹ ਸਪਸ਼ਟ ਹੋ ਗਿਆ। ਇਹ ਬੜੀ ਵੱਡੀ ਰਿਪੋਰਟ ਇੱਕ TV ਚੈਨਲ ਨੇ ਸਪਸ਼ਟ ਕੀਤੀ ਆ, ਉਹ ਲੈ ਕੇ ਆਏ ਨੇ ਕੱਢ ਕੇ ਇਹਦੇ ਅੰਕੜੇ, ਤੇ ਉਹ ਅੰਕੜਿਆਂ ਤੇ ਚਰਚਾ ਕਰ ਰਹੇ ਚਾਵਲਾ ਸਾਹਿਬ। ਤੇ ਇਹ ਹੁਣ ਸੁਖਬੀਰ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਇੰਨੇ ਦਾ ਗਰੀਬ ਹੈਗੇ ਨੇ ਨਾ ਜਿੱਥੇ ਉਹ 30 ਲੱਖ ਰੁਪਏ ਲੈ ਰਹੇ ਨੇ। ਦੂਜੀ ਗੱਲ ਇਹ ਵੀ ਚਰਚਾ ਹੁਣ ਹੋ ਰਹੀ ਆ, ਜਿਵੇਂ ਜੀਤਵਿੰਦਰ ਸਿੰਘ ਕਹਿੰਦਾ ਜੰਗਲਾਤ ਦੀ ਜਗ੍ਹਾ ਸੁਖ ਵਿਲਾਸ, ਜੰਗਲਾਤ ਦੀ ਜਗ੍ਹਾ ਦੇ ਵਿੱਚ ਤੁਸੀਂ ਉੱਥੇ ਫਾਰਮ ਬਣਾ ਲਏ ਆ, ਉਧਰ ਨੂੰ ਕਦੋਂ ਜਾਵੇਗੀ ਸਰਕਾਰ। ਕਹਿੰਦਾ ਵੱਡੇ ਛੋਟੇ ਬੰਦਿਆਂ ਨੂੰ ਹੱਥ ਪਾਈ ਜਾਂਦੇ ਹੋ, ਵੱਡੇ ਲੋਕਾਂ ਨੂੰ ਹੱਥ ਕਦੋਂ ਪਾਓਗੇ ਜੀ। ਇਹ ਵੀ ਗੱਲ ਨਾਲ ਆ ਰਹੀ ਹੈ ਚਾਵਲਾ। ਪੈ ਸਕਦਾ, ਵੱਡਿਆਂ ਨੂੰ ਕਿਉਂ ਨਹੀਂ ਪੈ ਸਕਦਾ ਹੱਥ। ਅੰਬਾਲੇ ਦੇ ਵਿੱਚ ਦਿੱਲੀ ਵਾਲਾ ਨੋਇਡਾ ਦੇ ਵਿੱਚ ਟਵਿਨ ਟਾਵਰ ਜਿਹੜੇ ਤੁਹਾਡੇ ਕੱਲ ਨੂੰ ਆਈ ਥਿੰਕ 28 ਹੋ ਜਾਣੀ, 28 ਨੂੰ 2:30 ਵਜੇ ਉਹਨਾਂ ਨੇ ਢਹਿਣਾ। ਟਵਿਨ ਟਾਵਰ ਨੇ 40 ਮੰਜ਼ਲੇ ਨੇ, ਉਹ ਕੱਲ ਖਬਰ ਸੁਣਾਈ ਸੀ ਮੈਂ। ਔਰ ਢਾਉਣ ਦਾ ਖਰਚਾ ਵੀ ਕੰਪਨੀ ਦੇ ਉੱਤੇ ਹੈ, ਤੇ ਜਿਨ੍ਹਾਂ ਨੇ ਬੁੱਕ ਕਰਾਏ ਉਹਨਾਂ ਦੇ ਪੈਸੇ ਵਾਪਸ ਦੇਣੇ ਪੈਣੇ। ਨੀਤ ਸਾਫ਼ ਹੋਣੀ ਚਾਹੀਦੀ ਹੈ। ਜੋਗਾ ਸਿੰਘ ਜੋਗੀ ਕਹਿੰਦੇ ਸੀਗੇ ਕਿ ਨੇਕ ਹੋਣ ਸਰਕਾਰਾਂ ਮੇਰੇ ਦੇਸ਼ ਦੀਆਂ, ਕੀ ਨਹੀਂ ਕਰ ਸਕਦੀਆਂ। ਬੜਾ ਕੁਝ ਹੋ ਸਕਦਾ। ਸਰਕਾਰ ਦੀ ਨੀਤ ਸਾਫ਼ ਹੋ ਜੇ ਵੀ ਮੈਂ ਕੰਮ ਕਰਨਾ, ਤੇ ਸਾਫ਼ ਨੀਤ ਨਾਲ ਕੰਮ ਕਰਨਾ। ਜਿੰਨਾ ਮਾੜਾ ਕੰਮ ਕੀਤਾ, ਜੇ ਭਗਵੰਤ ਮਾਨ ਜੀ ਕਹਿੰਦੇ ਨੇ ਕਿ ਵੀ ਜਿਨ੍ਹਾਂ ਨੇ ਕੁਝ ਖਾਧਾ ਪੀਤਾ ਹੁਣ ਬਖਸ਼ੇ ਨਹੀਂ ਜਾਣਗੇ, ਤੇ ਜੇਕਰ ਤਾਂ ਕੋਲੂ ਇੱਕੋ ਹੀ ਰਸਤੇ ਚੱਲਦਾ ਸਾਰਿਆਂ ਲਈ, ਹਨਾ, ਕਾਨੂੰਨ ਇੱਕੋ ਜਿਹਾ ਚੱਲਦਾ ਸਾਰਿਆਂ ਲਈ, ਫੇਰ ਤਾਂ ਸਹੀ ਆ। ਤੇ ਜੇ ਫਿਰ ਹੁਣ ਪੰਚਾਇਤੀ ਚੋਣ ਜਿਹੜੀਆਂ ਜ਼ਮੀਨਾਂ ਦੱਬੀਆਂ ਸੀ ਉਹ 2 ਨਾਂ ਆ ਗਏ ਵੱਡੇ, ਇੱਕ ਰਾਜ ਸਭਾ ਦੇ ਮੈਂਬਰ ਦਾ ਤੇ 2 ਰਾਜ ਸਭਾ ਦੇ ਮੈਂਬਰਾਂ ਦਾ, ਵੀ ਇੱਕ ਉਹਨਾਂ ਨੇ ਦੱਬੀ ਇੱਕ ਉਹਨਾਂ ਨੇ ਦੱਬੀ, ਤੇ ਕੁਝ ਵੱਡੇ ਡੇਰੇ ਵਾਲੇ ਦੱਬ ਕੇ ਬੈਠੇ ਨੇ। ਤੇ ਫਿਰ ਹੁਣ ਗੁੰਨ ਵਟਾ ਬਣ ਜਾਈਏ ਤੇ ਫਿਰ ਮਾੜੀ ਗੱਲ ਆ। ਮਾਫ ਕਰਨਾ,
ਕਈਆਂ ਨੂੰ ਇਹ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਤੇ ਸੁਪਰਫਾਸਟ ਵੇ ਨਾਲ ਸਾਡੀਆਂ ਪਹੁੰਚ ਜਾਂਦੀਆਂ ਨੇ, ਹੈ ਇਹ ਸੱਚਾਈ। ਖੈਰ, ਅੰਬਾਲਾ ਨਜ਼ਦੀਕ ਬੁਲਾਣਾ ਪਿੰਡ ਵਿੱਚ ਇੱਕੋ ਪਰਿਵਾਰ ਦੇ 6 ਮੈਂਬਰਾਂ ਨੇ ਕੀਤੀ ਖੁਦਕੁਸ਼ੀ। ਮ੍ਰਿਤਕਾਂ ਵਿੱਚੋਂ ਸੁਖਵਿੰਦਰ ਸਿੰਘ, ਉਸ ਦੀ ਪਤਨੀ, 2 ਧੀਆਂ ਤੇ ਮਾਂ ਪਿਓ ਸ਼ਾਮਲ। ਸੁਸਾਈਡ ਨੋਟ ਵੀ ਮਿਲਿਆ। ਇਹ ਬੜੀ ਦਰਦਨਾਕ ਘਟਨਾ ਹੈਗੀ ਹੈ ਜੀ। ਬੁਲਾਣਾ ਅੰਬਾਲੇ ਦੇ ਕੋਲ ਹੀ ਆ, ਅੰਬਾਲਾ ਸਿਟੀ ਦੇ ਕੋਲ ਹੈਗਾ ਪਿੰਡ ਤੇ ਰੋਡ ਤੇ ਪੈਂਦਾ। ਬੜਾ ਦਰਦਨਾਕ ਕਹਾਣੀ ਹੈਗੀ ਹੈ। ਸਿੱਖ ਪਰਿਵਾਰ, ਸੁਖਵਿੰਦਰ ਸਿੰਘ ਮੁੰਡਾ ਹੈਗਾ ਨਾਂ ਦਾ, ਤੇ ਉਸ ਦੀ ਲਾਸ਼ ਤਾਂ ਲਟਕਦੀ ਮਿਲੀ ਆ, ਪਰ ਪਤਾ ਲੱਗਿਆ ਕਿ ਰਾਤ ਨੂੰ ਜਦੋਂ ਖਾਣਾ ਖਾ ਕੇ ਸਾਰਾ ਪਰਿਵਾਰ ਪੈ ਗਿਆ, 2 ਧੀਆਂ ਸੀਗੀਆਂ, ਇੱਕ 6 ਸਾਲ ਦੀ ਧੀ ਆ, ਇੱਕ 8 ਸਾਲ ਦੀ ਧੀ ਆ, ਤੇ ਬਾਪ ਕੋਈ 70 ਕੁ ਸਾਲ ਦਾ ਆ, ਮਾਂ ਕੋਈ 72 ਕੁ ਸਾਲ ਦੀ ਆ। ਇਹ ਆਪ ਕੋਈ 38 ਕੁ ਸਾਲ ਦਾ ਹੈਗਾ, ਇਹਦੀ ਧਰਮ ਪਤਨੀ 35 ਕੁ ਸਾਲ ਦੀ ਹੈਗੀ ਆ। ਤੇ ਇਹਨਾਂ ਨੇ ਜਿਹੜਾ ਹੈਗਾ ਰਾਤ ਨੂੰ ਖਾਣਾ ਖੁਣਾ ਖਾ ਕੇ ਪਏ ਨੇ, ਤੇ ਸਵੇਰੇ ਸਭ ਦੀਆਂ ਲਾਸ਼ਾਂ ਬਣ ਗਈਆਂ ਸੀ ਬੈੱਡਾਂ ਦੇ ਉੱਤੇ। ਤੇ ਉਹ ਬੰਦਾ ਜਿਹੜਾ ਸੁਖਵਿੰਦਰ ਸੀਗਾ, ਉਹਦੀ ਲਾਸ਼ ਲਟਕਦੀ ਹੋਈ ਮਿਲੀ ਆ ਘਰੇ ਪੱਖੇ ਦੇ ਉੱਪਰ। ਜਦੋਂ ਨਹੀਂ ਖੋਲਿਆ, ਸਵੇਰੇ ਉੱਠਿਆ ਨਹੀਂ ਕੋਈ, ਤਾਂ ਫਿਰ ਗੁਆਂਢੀਆਂ ਨੇ ਪਤਾ ਕੀਤਾ, ਉਹਨਾਂ ਦੇ ਰਿਸ਼ਤੇਦਾਰਾਂ ਨੂੰ ਫੋਨ ਕੀਤੇ ਕਰਕੇ ਉਹ ਦਰਵਾਜ਼ਾ ਖੋਲਿਆ ਤੇ ਅੱਗੇ 6 ਲਾਸ਼ਾਂ ਪਈਆਂ ਸੀਗੀਆਂ ਚਾਵਲਾ ਸਾਹਿਬ। ਇਹ ਪਤਾ ਮੈਂ ਨੋਟ 'ਚ ਲੱਗਿਆ, ਇਹ ਅਸਲ 'ਚ ਨਾ ਇੱਕ ਫਾਈਨਾਂਸਿੰਗ ਕੰਪਨੀ 'ਚ ਕੰਮ ਕਰਦਾ ਸੀ। ਉਹਦਾ ਮਾਲਕ ਦੇ ਉੱਪਰ ਇਲਜ਼ਾਮ ਲਾਏ ਨੇ 2 ਬੰਦਿਆਂ ਦੇ ਉੱਪਰ। ਉਹ ਕਹਿੰਦੇ ਵੀ ਮੈਨੂੰ ਡੇਲੀ ਉਹ ਬਹੁਤ ਪਰੇਸ਼ਾਨ ਕਰਦੇ ਸੀ, ਕੋਈ 10 ਲੱਖ ਰੁਪਏ ਦੀ ਕੋਈ ਮੇਰੇ ਤੋਂ ਮੰਗ ਕਰ ਰਹੇ ਸੀ। ਮੈਂ ਗਰੀਬ ਬੰਦਾ ਹੈਗਾ, ਫਾਈਨਾਂਸ ਕੰਪਨੀ ਆ, ਫਾਈਨਾਂਸ ਕੰਪਨੀ 'ਚ ਪੈਸੇ ਕਹਿੰਦੇ ਲੋੜ ਸੀ, ਉਹਨਾਂ ਨੂੰ ਘਾਟਾ ਘੁੱਟਾ ਪਏਗਾ ਸੀ। ਉਹ ਸਾਰਿਆਂ ਨੂੰ ਕਹਿ ਰਹੇ ਸੀਗੇ, ਮੈਨੂੰ ਵੀ ਕਹਿ ਰਹੇ ਸੀਗੇ ਮੈਂ ਘਰ ਘੁਰ ਵੇਚ ਦੇ, ਜਿੱਦਾਂ ਮਰਜ਼ੀ ਕਰ, ਨਹੀਂ ਤਾਂ ਆਪਣਾ। ਮੈਨੂੰ ਬਲੈਕਮੇਲ ਲਗਾਤਾਰ ਮੈਨੂੰ ਪਰੇਸ਼ਾਨ ਕਰਦੇ ਸੀਗੇ ਉਹ। ਇਸ ਕਰਕੇ ਮੈਂ ਇਹ ਕਦਮ ਚੁੱਕਣਾ ਪੈ ਰਿਹਾ। ਚਲੋ ਕਾਰਵਾਈ ਹੋਏਗੀ ਜਾਂ ਨਾ ਹੋਏਗੀ, ਪਰ ਇੱਕ ਇੰਨੀ ਗੱਲ ਪਿੱਛੇ ਪੂਰਾ ਪਰਿਵਾਰ ਮਾਰ ਦੇਣਾ ਵੀ ਕਿਸੇ ਵਾਸਤੇ ਚੰਗਾ ਨਹੀਂ ਹੁੰਦਾ। ਤੇ ਤੁਸੀਂ, ਤੁਹਾਡੀ ਮਾਲਕਾਂ ਨਾਲ ਲੜਾਈ ਹੈ, ਤੁਹਾਡੇ ਬੱਚਿਆਂ ਦਾ, ਉਹ 6 ਸਾਲ ਦੀ ਤੇ 8 ਸਾਲ ਦੀ ਕੁੜੀ ਦਾ ਕੀ ਕਸੂਰ ਹੈ? ਇਹੋ ਜਿਹੇ ਲੋਕ ਵੀ ਵੱਸਦੇ ਆ ਕਿ ਆਪਣੀ ਧੀਆਂ, ਧਰਮ ਪਤਨੀ, ਬਾਪ ਤੇ ਮਾਂ ਨੂੰ ਹੀ ਮਾਰ ਦਿੱਤਾ। ਜੇ ਤਾਂ ਸੋਚੀਏ, ਜੇਕਰ ਉਸ ਬੰਦੇ ਨੇ ਨੋਟ ਲਿਖਿਆ, ਇਹਦਾ ਮਤਲਬ ਤਾਂ ਉਸੇ ਨੇ ਸਾਰਾ ਕੰਮ ਕੀਤਾ ਰਾਤ ਨੂੰ। ਖੁਦ ਲਟਕ ਕੇ ਮਰ ਗਿਆ ਉੱਥੇ, ਖੁਦ ਲਟਕ ਕੇ ਮਰ ਗਿਆ। ਦਾ ਮਤਲਬ ਇਹ ਕਿਸੇ ਖੁਦਕੁਸ਼ੀ ਕਰਨਾ ਕੋਈ ਕਿਸੇ ਮਸਲੇ ਦਾ ਹੱਲ ਨਹੀਂ ਹੁੰਦਾ ਚਾਵਲਾ ਸਾਹਿਬ। ਭਾਵੇਂ ਕਿਸਾਨ ਖੁਦਕੁਸ਼ੀ ਕਰਦਾ, ਭਾਵੇਂ ਮਜ਼ਦੂਰ ਖੁਦਕੁਸ਼ੀ ਕਰਦਾ, ਭਾਵੇਂ ਕੋਈ ਮੁਲਾਜ਼ਮ ਖੁਦਕੁਸ਼ੀ ਕਰਦਾ। ਖੁਦਕੁਸ਼ੀ ਕਰਨਾ ਕਿਸੇ ਮਸਲੇ ਦਾ ਹੱਲ ਨਹੀਂ ਹੁੰਦਾ। ਮਸਲੇ ਦਾ ਹੱਲ ਤਾਂ ਜਿਉਂਦੇ ਰਹਿਣ ਨਾਲ ਹੀ ਹੁੰਦਾ। ਜ਼ਿੰਦਗੀ ਹੀ ਮਸਲੇ ਦਾ ਹੱਲ ਲੱਭਦੀ ਆ, ਮਰਨ ਨਾਲ ਕੋਈ ਮਸਲੇ ਦਾ ਹੱਲ ਨਹੀਂ ਹੁੰਦਾ। ਸਗੋਂ ਭੱਜ ਗਿਆ ਬੰਦਾ, ਆਪਣੇ ਉਹਨਾਂ ਤੋਂ ਸਗੋਂ ਭੱਜ ਕੇ ਪਿੱਠ ਦਿਖਾ ਕੇ ਭੱਜ ਗਿਆ, ਲੈ ਵੀ ਜਾਏ, ਆਪਣੇ ਪਰਿਵਾਰ ਨੂੰ ਵੀ ਖਤਮ ਕਰ ਗਿਆ। ਚਲੋ ਜਾਂਚ ਪੜਤਾਲ ਚੱਲ ਰਹੀ ਹੈ। ਪੁਲਿਸ ਵਾਲੇ ਜਿਹੜੇ ਉੱਥੇ ਪਹੁੰਚੇ ਸੀਗੇ, DSP, ਉਹ ਕਹਿੰਦੇ ਪੜਤਾਲ ਕਰ ਰਹੇ ਹਾਂ ਜੀ ਅਸੀਂ। ਪੜਤਾਲ ਕਰਨ ਤੋਂ ਬਾਅਦ ਜੋ ਵੀ ਹੋਏਗਾ ਅਸੀਂ ਸੋ ਕਾਰਵਾਈ ਕਰਾਂਗੇ। 9058131320 905-813-1320। ਸੁਪਰੀਮ ਕੋਰਟ ਦੇ ਚੀਫ ਜਸਟਿਸ NV ਰਮन्ना, ਜਿਨ੍ਹਾਂ ਨੇ ਆਪਣਾ ਕਾਰਜਕਾਲ ਪੂਰਾ ਕਰ ਲਿਆ, ਅੱਜ ਆਖਰੀ ਦਿਨ ਹੈ, ਕਹਿੰਦੇ ਸੌਰੀ ਵੀ ਕਿਹਾ। ਬੜਾ ਨਾ ਜੀ, ਚਾਵਲਾ ਸਾਹਿਬ, ਮੈਂ ਨਾ NV ਰਮन्ना ਦੀ ਇਸ ਗੱਲ ਤੇ ਕਰ ਮੈਨੂੰ ਖੁਦ ਨੂੰ ਮਹਿਸੂਸ ਹੋਇਆ ਵੀ ਲਾਸਟ ਟਾਈਮ ਦੇ ਵਿੱਚ ਬੰਦਾ ਕਿਹੋ ਜਿਹੀਆਂ ਗੱਲਾਂ ਕਰ ਜਾਂਦਾ, ਜਿਹੜੀ ਕਿ ਚਰਚਾ ਦਾ ਵਿਸ਼ਾ ਬਣ ਜਾਂਦੀਆਂ ਨੇ। ਹੁਣ ਉਸ ਨੇ ਸਾਰੇ ਜੱਜ ਸੀਗੇ, ਜਸਟਿਸ ਸੀਗੇ, ਸਾਰਿਆਂ ਦੇ ਵਿੱਚ ਪਾਰਟੀ ਪੁੱਟੀ ਵੀ ਹੋਈ ਹੈ, ਤੇ ਉਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਮੈਨੂੰ ਕਰੋਨਾ ਕਾਲ ਆ ਗਿਆ, ਮੈਂ ਬਹੁਤ ਜ਼ਿਆਦਾ ਸੜਕ ਸੀਗਾ, ਪਰ ਤੁਸੀਂ ਸਾਰਿਆਂ ਨੇ ਮੇਰੀ ਮਦਦ ਕੀਤੀ ਆ ਇਸ ਸਮੇਂ ਦੇ ਵਿੱਚ। ਤੁਸੀਂ ਦਿਨ ਰਾਤ ਦੇਖਿਆ ਨਹੀਂ, ਤੁਸੀਂ ਬਹੁਤ ਮਦਦ ਕੀਤੀ ਹੈ, ਪਰ ਮੈਨੂੰ ਦੁੱਖ ਹੈ 15 ਮਹੀਨੇ ਦੇ ਕਰੀਬ ਮੇਰਾ ਕਾਰਜਕਾਲ ਰਿਹਾ, 15-16 ਮਹੀਨੇ ਦੇ ਕਰੀਬ ਮੇਰਾ ਕਾਰਜਕਾਲ ਰਿਹਾ, ਤੇ ਮੈਂ ਸਿਰਫ 51 ਦਿਨ ਹੀ ਕੰਮ ਕਰ ਸਕੀ। ਮੈਂ 15 ਮਹੀਨੇ ਮੇਰੇ ਬੇਕਾਰ ਰਹੇ ਨੇ, ਇਸ ਕਰਕੇ ਮੈਂ ਸੌਰੀ ਫੀਲ ਕਰਦਾ। ਤੇ ਬਹੁਤ ਸਾਰੇ ਕੇਸ ਪੈਂਡਿੰਗ ਪਏ ਆ ਸੁਪਰੀਮ ਕੋਰਟ ਦੇ ਵਿੱਚ, ਜਿਹੜੇ ਕੇਸ ਬਹੁਤ ਜਲਦੀ ਹੱਲ ਹੋਣੇ ਚਾਹੀਦੇ ਆ, ਪਰ ਕੁਝ ਕਾਰਨਾਂ ਕਰਕੇ ਉਹ ਕੇਸ ਹੱਲ ਨਹੀਂ ਹੋ ਪਾਉਂਦੇ। ਇਸ ਕਰਕੇ ਸੌਰੀ। ਤੇ ਇਹ ਸੌਰੀ ਕਹਿ ਕੇ ਚਾਵਲਾ ਸਾਹਿਬ ਨੇ ਬੜਾ ਵੱਡਾ ਸੁਪਰੀਮ ਕੋਰਟ ਦੇ ਕਾਰਜਕਾਲ ਉੱਤੇ ਬੜਾ ਵੱਡਾ ਬਹੁਤ ਕੁਝ ਇਸ ਸੌਰੀ ਦੇ ਵਿੱਚ ਬਹੁਤ ਕੁਝ ਹੋਰ ਸੌਰੀਆਂ ਨੇ ਜੀ। ਮਤਲਬ ਅੰਦਰੋਂ ਕਿੰਨਾ ਕੁ ਨੂੰ ਮਜਬੂਰ ਕੀਤਾ ਗਿਆ ਹੋਊਗਾ। ਜਿਵੇਂ ਤੁਸੀਂ ਗੱਲ ਕੀਤੀ ਹੈ ਪਹਿਲਾਂ ਕਿ ਉਹ 10 ਲੱਖ ਮੰਗਣਾ, ਉਹਦੇ ਕੋਲ ਕੁਛ ਨਹੀਂ ਬਚਿਆ ਤੇ ਉਹਨੇ ਚਲੋ ਪਤਾ ਨਹੀਂ ਕਿਵੇਂ ਕਰ ਲਿਆ। ਹਾਂਜੀ, ਉਹਦੀ ਸੋਚ ਡਿਫਰੈਂਟ ਆ ਗਈ। ਇਧਰ ਡਿਫਰੈਂਟ ਸੋਚ ਆ। ਸੌਰੀ ਕਹਿ ਕੇ ਹੀ ਜਿਹੜੇ ਉਹ ਕਹਿੰਦੇ ਨੇ ਕਿ ਗਧੇ ਨੂੰ ਸੈਨ ਤੇ ਮਤਲਬ ਨਹੀਂ, ਰਾਖੀ ਨੂੰ ਸੈਨ, ਗਧੇ ਨੂੰ ਸੋਟਾ ਹੁਣ। ਸੋ ਇਹ ਸੌਰੀ ਜਿਹੜੀ ਹੈ ਨਾ ਬੜੀ ਦੂਰ ਤੱਕ ਆ, ਇਹ ਬੁੱਧੀਜੀਵੀ ਵਰਗ ਸੌਰੀ ਸਮਝ ਗਿਆ। ਇਹ ਸੌਰੀ ਮਤਲਬ
ਕੋਵਿਡ ਕਾਲ ਵਾਲੀ ਸੌਰੀ ਕੋਵਿਡ ਕਾਲ ਦੇ ਵਿੱਚ ਜੇ ਕਰਨਾ ਹੋਵੇ ਕੰਮ ਤੇ ਮਤਲਬ ਉਦੋਂ ਫਾਈਲਾਂ ਹੀ ਫੋਲਣੀਆਂ, ਬਹਿ ਕੇ ਫੋਲੀਆਂ ਜਾ ਸਕਦੀਆਂ, ਪਰ ਫਾਈਲਾਂ ਰੋਕਣੀਆਂ ਰੁਕਵਾਉਣੀਆਂ ਦੈਟਸ ਅ ਡਿਫਰੈਂਟ ਸਟੋਰੀ, ਦੈਟਸ ਅ ਸੌਰੀ। ਅੱਛਾ, ਇੱਕ ਬੜਾ ਵੱਡਾ ਨਾਮ ਹੋਰ ਹੈ ਗੁਲਾਮ ਨਬੀ ਆਜ਼ਾਦ। ਰਾਤੀ ਵੀ ਗੱਲ ਕੀਤੀ ਸੀ, ਕਾਂਗਰਸ ਤੋਂ ਭਰੇ ਮਨ ਨਾਲ ਅਸਤੀਫਾ ਦਿੱਤਾ, ਲੰਬਾ ਚੌੜਾ ਇੱਕ 5 ਸਫ਼ਿਆਂ ਦਾ ਲੈਟਰ ਲਿਖਿਆ ਮੈਡਮ ਸੋਨੀਆ ਪੱਤਰ, ਪਰ ਨਾਲ ਅੱਜ ਇੱਕ ਹੋਰ ਵੀ ਕਹਿ ਰਹੇ ਸੀ ਵੀ ਭਾਜਪਾ 'ਚ ਨਹੀਂ ਜਾਣਾ, ਮਤਲਬ ਦਰ ਤਾਂ ਹੋਰ ਖੁੱਲੇ ਨੇ, ਇੱਕ ਪਾਰਟੀ ਹੋਰ ਵੀ ਹੈਗੀ ਹੈ, ਕੀ ਕਹਿਣਾ ਚਾਹੋ? ਚਾਵਲਾ ਸਾਹਿਬ ਅਸਲ ਵਿੱਚ ਜਦੋਂ ਅਸਤੀਫਾ ਹੋਗਾ ਨਾ ਜੀ ਕਿਸੇ ਪਾਰਟੀ ਤੋਂ, ਫਿਰ ਪੱਤਰ ਲਿਖਣ ਦਾ ਮਤਲਬ ਨਹੀਂ ਬਣਾ 5 ਸਫ਼ਿਆਂ ਦਾ, ਅਸਤੀਫਾ ਹੋਗਾ ਦੈਟਸ ਆਲ, ਕਹਾਣੀ ਖਤਮ। ਪਰ ਕੈਪਟਨ ਅਮਰਿੰਦਰ ਸਿੰਘ ਦੇ ਰਾਹ ਚੱਲੇ ਨੇ ਉਹ, ਕੈਪਟਨ ਅਮਰਿੰਦਰ ਨੇ ਵੀ ਏਦਾਂ ਹੀ ਕੀਤਾ ਸੀ, ਤੇ ਉਹ ਕਿਉਂਕਿ ਕੈਪਟਨ ਅਮਰਿੰਦਰ ਬੀਜੇਪੀ ਸ਼ਾਮਲ ਨਹੀਂ ਹੋਏ ਸੀਗੇ, ਉਹਨਾਂ ਨੇ ਆਪਣੀ ਪਾਰਟੀ ਬਣਾਈ ਸੀ, ਪਰ ਹੈ ਬੀਜੇਪੀ ਦਾ ਹੀ ਨਾਲ ਸੀਗੇ। ਇਹ ਗੁਲਾਮ ਨਬੀ ਆਜ਼ਾਦ ਦੀ ਦੋਸਤੀ ਵੀ ਬਹੁਤ ਜ਼ਿਆਦਾ ਹੈ ਮੋਦੀ ਜੀ ਨਾਲ, ਇਹ ਤਾਂ ਚਰਚਾ ਮਾਰੇ ਦੋਸਤੀ ਦੇ ਕਾਫੀ ਚਰਚਾ ਨੇ, ਤੇ ਉਹ ਹੁਣ ਕਿਸ ਪਾਰਟੀ ਜਾਣਗੇ, ਤੀਜੇ ਵੀ ਜਾਣਗੇ ਨਹੀਂ ਜਾਣਗੇ ਵੱਖਰੀ ਗੱਲ ਆ, ਆਪਣੀ ਪਾਰਟੀ ਬਣਾਉਣਗੇ, ਐਲਾਨ ਹੈ ਆਪਣੇ ਮੁੰਡੇ ਨਾਲ ਮਿਲ ਕੇ ਉਹ ਕਰਨਗੇ। ਚਿੱਠੀ ਲਿਖੀ ਆ, ਕਹਿੰਦੇ ਜਿਹੜੇ ਰਾਹੁਲ ਗਾਂਧੀ ਹੈਗੇ ਆ, ਤੁਸੀਂ ਪ੍ਰਧਾਨ ਬਣਾਇਆ ਸੀਗਾ ਮੈਡਮ ਸੋਨੀਆ ਗਾਂਧੀ ਜੀ, ਉਸ ਨੇ ਪੁਰਾਣੇ ਲੀਡਰਾਂ ਨੂੰ ਜੋ ਬੇਪਤ ਕੀਤਾ ਹੈਗਾ, ਨਵੇਂ ਲੀਡਰ ਪੈਦਾ ਕੀਤੇ ਜਿਹੜੇ ਜਿਹਨਾਂ ਨੂੰ ਪਤਾ ਹੀ ਨਹੀਂ ਸਿਆਸਤ ਹੁੰਦੀ ਕੀ ਹੈ, ਤੇ ਉਹ ਪੈਦਾ ਕਰਕੇ ਪੁਰਾਣੇ ਲੀਡਰਾਂ ਨੂੰ ਜੋ ਧੋਇਆ ਉਹਨੇ ਬਹੁਤ ਖਤਰਨਾਕ ਹੈ। ਤੇ ਇਸ ਤਰ੍ਹਾਂ ਪਾਰਟੀ ਜਿਹੜੀ ਹੈਗਾ ਨੁਕਸਾਨਦਾਇਕ ਹੋ ਰਹੀ ਹੈ। ਮੈਂ ਬੜਾ ਦੁਖੀ ਹਾਂ ਕਿ ਮੈਨੂੰ ਪਾਰਟੀ ਛੱਡਣੀ ਪੈ ਰਹੀ ਹੈ। ਕੁਝ ਦਿਨ ਪਹਿਲਾਂ ਹੀ ਚਾਵਲਾ ਸਾਹਿਬ ਜੰਮੂ ਕਸ਼ਮੀਰ ਦੀ ਜਿਹੜੀ ਕਮੇਟੀ ਸੀ ਕਾਂਗਰਸ ਦੀ, ਉਹਦੇ ਵਿੱਚੋਂ ਇਹਨਾਂ ਨੂੰ ਆਗੂ ਨਹੀਂ ਬਣਾਇਆ ਗਿਆ, ਵਿਰੋਧੀ ਧਿਰ ਦਾ ਇੱਕ ਆਗੂ ਬਣਾਉਣਾ ਸੀਗਾ, ਵਿਰੋਧੀ ਨਹੀਂ ਕਾਂਗਰਸ ਕਮੇਟੀ ਦਾ ਆਗੂ ਬਣਾਉਣਾ ਸੀਗਾ, ਨਹੀਂ ਬਣਾਇਆ ਗਿਆ। ਤੇ ਇਹ ਉਦੋਂ ਵੀ ਇਹਨੇ ਕਹਿਤਾ ਸੀਗਾ ਕਿ ਮੈਂ ਸਾਰੇ ਮੇਰੇ ਅਹੁਦਿਆਂ ਤੋਂ ਮੈਂ ਕੰਮ ਨਹੀਂ ਕਰਾਂਗਾ ਹੁਣ, ਤੇ ਪਰ ਮੈਂ ਛੱਡਾਂਗਾ ਆਪਣੀ ਕਾਂਗਰਸ ਤੇ ਨਾ ਹੀ ਬੀਜੇਪੀ ਜਾਵਾਂਗਾ, ਪਰ ਕਾਂਗਰਸ ਨੂੰ ਛੱਡ ਦਿੱਤੀ ਆ। ਉਹ ਤੋਂ ਫਿਰ ਵਾਅਦੇ ਹੁੰਦੇ ਆ, ਪੂਰੇ ਨਹੀਂ ਹੁੰਦੇ ਸਿਆਸੀ ਲੋਕਾਂ ਦੇ। ਤੇ ਗੁਲਾਮ ਨਬੀ ਆਜ਼ਾਦ ਹੁਣ ਵੱਖਰੇ ਤੌਰ ਤੇ ਜੰਮੂ ਕਸ਼ਮੀਰ ਦੇ ਵਿੱਚ ਆਪਣਾ ਪੱਖ ਦਿਖਾਉਣਗੇ। ਦੱਸ ਦਈਏ ਕਿ ਚੋਣਾਂ ਦਸੰਬਰ ਵਿੱਚ ਆ ਸਕਦੀਆਂ ਨੇ ਜੰਮੂ ਕਸ਼ਮੀਰ ਦੀਆਂ, ਉਹਦੇ ਵਿੱਚ ਭਾਜਪਾ ਬੜੀ ਤਰਲੋ ਮੱਛੀ ਹੋਈ ਪਈ ਆ। 26 ਲੱਖ ਦੇ ਕਰੀਬ ਬਾਹਰਲੇ ਵੋਟਰ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਆ, ਤੇ ਜਿਹਦੀ 9 ਦਲਾਂ ਨੇ ਵਿਰੋਧਤਾ ਕੀਤੀ ਆ, ਜੰਮੂ ਕਸ਼ਮੀਰ ਦੇ 9 ਦਲਾਂ ਨੇ, ਮਤਲਬ ਮੁਫਤੀ ਹੋ ਗਈ, ਫਾਰੂਕ ਅਬਦੁੱਲਾ ਹੋ ਗਿਆ, 9 ਦਲਾਂ ਨੇ ਵਿਰੋਧਤਾ ਕੀਤੀ ਆ ਕਿ ਬਾਹਰਲਾ ਵੋਟਰ ਤੇ ਨਹੀਂ ਆਉਣ ਦੇਵਾਂਗੇ। ਉਸ ਸੰਦਰਭ ਦੇ ਵਿੱਚ ਗੁਲਾਮ ਨਬੀ ਆਜ਼ਾਦ ਵੀ ਆਪਣੀ ਪਾਰੀ ਖੇਡਣਗੇ, ਭਾਜਪਾ ਨਾਲ ਮਿਲਣਗੇ ਜਾਂ ਵੱਖਰੇ ਖੇਡਣਗੇ। ਅੱਗੇ ਮੇਰੇ ਖਿਆਲ ਚ ਭਵਿੱਖ ਦੀ ਆਗੋਸ਼ ਵਿੱਚ ਚਾਵਲਾ ਸਾਹਿਬ। ਸਿਆਸੀ ਪਾਰਟੀਆਂ ਦੀ ਜੇ ਗੱਲ ਚੱਲ ਰਹੀ ਹੈ ਤਾਂ ਇੱਕ ਹੋਰ ਖਬਰ ਬੜੀ ਵੱਡੀ ਹੈ ਕਿ ਇਹਨਾਂ ਵੱਲੋਂ ਮੁਫਤ ਸਹੂਲਤਾਂ ਦੇ ਲੋਲੀਪੌਪ ਜਿਹੜੇ ਦਿੱਤੇ ਜਾਂਦੇ ਨੇ, ਉਹਦੇ ਮਾਮਲੇ ਵਿੱਚ ਹੁਣ ਚੀਫ ਜਸਟਿਸ ਸਮੇਤ 3 ਜੱਜਾਂ ਨੇ ਸੁਣਵਾਈ ਕਰਨੀ ਹੈ। ਕੀ ਕਹਿਣਾ ਚਾਹੋਗੇ? ਜਾਣਿਆ ਜਾਂਦਾ ਨਾ ਜੀ, ਆਪਣਾ NV ਰਮੰਨਾ ਚੀਫ ਜਸਟਿਸ CJI ਸਾਡੇ ਸੁਪਰੀਮ ਕੋਰਟ ਇੰਡੀਆ ਜਸਟਿਸ ਸਾਹਿਬ ਇੱਕ ਆਰਡਰ ਕਰ ਗਏ ਆ, ਜਿਹੜੇ ਸਿਆਸੀ ਪਾਰਟੀਆਂ ਦੇ ਮੁਫਤ ਜਿਹੜੇ ਰਿਓੜੀਆਂ ਵੰਡਦੇ ਆ, ਰਿਓੜੀਆਂ ਲਫ਼ਜ਼ ਕਹਿੰਦੇ ਆ ਬੀਜੇਪੀ ਵਾਲੇ, ਪਰ ਰਿਓੜੀਆਂ ਨੂੰ ਤਾਂ ਕਹਿੰਦੇ ਗੱਜ ਕੀ ਕਹਿੰਦੇ ਆ, ਕਹਿੰਦੇ ਵਿਰੋਧੀ ਤਾਂ ਬੀਜੇਪੀ ਨੂੰ ਕਹਿੰਦੇ ਬੀਜੇਪੀ ਨੂੰ ਗੱਜ ਕੀ ਮੰਗਦੀ ਆ, ਕਹਿੰਦਾ ਬਾਕੀ ਤਾਂ ਰੋੜੀਆਂ ਬਣਨ ਵਾਲੇ ਨੇ, ਤਾਂ ਗੱਜ ਕੇ ਬਣਦੀ ਆ। ਤੇ ਉਸ ਟਾਈਮ ਉਹਨਾਂ ਨੇ ਇਸ ਸੰਦਰਭ ਦੇ ਵਿੱਚ 3 ਜੱਜਾਂ ਦੀ ਇੱਕ ਕਮੇਟੀ ਬਣਾ ਗਏ ਨੇ, ਜਿਹਦੇ ਵਿੱਚ ਅਗਲੇ ਚੀਫ ਜਸਟਿਸ ਜਿਹੜੇ ਹੈਗੇ ਨੇ ਉਹ ਵੀ ਕਮੇਟੀ 'ਚ ਹੋਣਗੇ। ਉਹ ਸੁਣਵਾਈ ਕਰਨਗੇ ਜਿਹੜੀਆਂ ਮੁਫਤ ਸਹੂਲਤਾਂ ਬਾਰੇ। ਬਹੁਤ ਸਾਰੀਆਂ ਦਲਾਂ ਤੋਂ ਪੁੱਛਿਆ ਜਾ ਸਕਦਾ ਤੇ ਬਹੁਤ ਸਲਾਹ ਲਈ ਜਾ ਸਕਦੀ ਹੈ। ਅਨਿਲ ਰਮੰਨਾ ਨੇ ਕਿਹਾ ਕਿ ਅਸੀਂ ਕਮੇਟੀ ਬਣਾ ਸਕਦੇ ਸੀ ਇਸ ਵਿੱਚ ਕਿ ਸਿਆਸੀ ਪਾਰਟੀਆਂ ਤੋਂ ਪੁੱਛੋ, ਪਰ ਕਮੇਟੀ ਤੇ ਵੀ ਸਾਨੂੰ ਵਿਸ਼ਵਾਸ ਨਹੀਂ ਹੈਗਾ। ਕਮੇਟੀ ਪਤਾ ਨਹੀਂ ਕਿਹੋ ਜਿਹੀ ਰਾਏ ਪੇਸ਼ ਕਰੇ। ਇਸ ਕਰਕੇ ਜਿਹੜਾ ਹੈਗਾ ਵੀ ਇਹ ਜਿਹੜੇ 3 ਜੱਜਾਂ ਦਾ ਬੈਂਚ ਅੱਗੇ ਇਹਨਾਂ ਦੀ ਸੁਣਵਾਈ ਕਰੇਗਾ ਕਿ ਮੁਫਤ ਸਹੂਲਤਾਂ ਦੇਣ ਦੀਆਂ ਪਾਰਟੀਆਂ ਨੂੰ ਕਿੱਦਾਂ ਕੀਤਾ ਜਾਵੇ, ਇਹਨਾਂ ਨੂੰ ਰੋਕਿਆ ਕਿੱਦਾਂ ਜਾਵੇ। ਰੋਕਣਾ ਤਾਂ ਹੈ ਬਹੁਤ ਔਖਾ ਚਾਵਲਾ ਸਾਹਿਬ, ਪਰ ਚਲੋ ਸੁਪਰੀਮ ਕੋਰਟ ਦੇ ਕੇਸ ਚੱਲ ਰਿਹਾ, ਪਟੀਸ਼ਨ ਆ ਜਾਣੇ, ਦੇਖੋ ਕਿੱਦਾਂ ਕਾਰਵਾਈ ਚੱਲਦੀ ਹੈ। ਬੰਦਾ ਜਦੋਂ ਸੰਸਾਰ ਤੇ ਪੈਦਾ ਹੁੰਦਾ, ਬੰਦਾ ਬੰਦੀ ਉਹ ਜੰਮਦਿਆਂ ਤੋਂ ਲੈ ਕੇ ਅੰਤ ਤੱਕ ਸੇਵਿਆਂ ਤੱਕ ਜਾਣ ਤੇ ਸੇਵਿਆਂ ਤੋਂ ਬਾਅਦ ਅੰਤਮ ਅਰਦਾਸ ਤੱਕ ਵੀ ਜਿਹੜਾ ਨਾ ਟੈਕਸ ਪੇ ਕਰਦਾ। ਟੈਕਸ ਪੇ ਉਹ ਸਾਹ ਹੀ ਆ ਕਿ ਜਿਹੜਾ ਸਾਨੂੰ ਪਤਾ ਨਹੀਂ ਸ਼ੁੱਧ ਮਿਲਦਾ ਪਿਆ, ਜਿਹੜੀ ਹਵਾ ਪਾਣੀ ਦਾ ਘੁੱਟ ਵੀ ਟੈਕਸ ਨਹੀਂ ਮਿਲਦਾ, ਕਿਉਂਕਿ ਅੱਜ ਕੱਲ੍ਹ ਤੇ ਸਾਡੇ ਇੱਥੇ ਬੋਤਲਾਂ ਜ਼ਿਆਦਾ ਚੱਲਦੀਆਂ। ਬੰਦਾ ਜੰਮਦਾ ਹੀ ਟੈਕਸ ਪੇ ਕਰਦਾ। ਉਦੋਂ ਜਿਹੜੇ ਕੱਪੜੇ ਪਾਉਣੇ ਹੁੰਦੇ ਮਾਂ ਪਿਓ ਲਿਆ ਕੇ ਆਉਂਦੇ ਨੇ, ਉਹ ਤੇ ਟੈਕਸ ਪੇ ਕਰਕੇ। ਫਿਰ ਉਹਨੂੰ ਕੋਈ ਖਾਣ ਪੀਣ ਵਾਲੀ ਚੀਜ਼ ਦੇਣੀ ਆ, ਦੁੱਧ ਤੇ ਵੀ ਟੈਕਸ ਲੱਗਦਾ ਅੱਜ ਕੱਲ੍ਹ ਤੇ ਪਤਾ ਲੱਗਾ, ਹਰ ਚੀਜ਼ ਤੇ ਟੈਕਸ ਆ ਜੀ, ਖਾਣ ਪੀਣ ਵਾਲੀਆਂ ਚੀਜ਼ਾਂ ਤੇ ਟੈਕਸ ਆ। ਜਵਾਨ ਹੁੰਦਾ ਮੋਟਰਸਾਈਕਲ ਸਕੂਟਰ ਲੈ ਲਿਆ, ਉਹ ਟੈਕਸ ਦੇ ਕੇ ਲੈ ਲਿਆ,
4 ਰੁਪਈਆ ਗੱਡੀ ਲੈ ਲਈ ਤੇ ਫਿਰ ਸੜਕ ਤੇ ਚੱਲਣ ਦਾ ਟੈਕਸ। ਅਮਰੀਕਾ ਦੇ ਵਿੱਚ ਵੀ ਟੋਲ ਜਿਹੜੇ ਨੇ ਉਹ ਤਕਰੀਬਨ ਚੱਕ ਦਿੱਤੇ ਗਏ ਨੇ, ਕਿਤੇ ਕਿਤੇ ਟਾਵਾਂ ਹੋਵੇਗਾ ਤੇ ਮੈਨੂੰ ਪਤਾ ਨਹੀਂ। ਮੇਰੇ ਬਹੁਤ ਸਾਰੇ ਵੀਰ ਟਰੱਕਰਸ ਸਾਡੀ ਬੈਕਬੋਨ ਇਸ ਵਕਤ ਸੁਣਦੇ ਨੇ ਸਾਨੂੰ, ਜੇ ਵੀ ਹੈ ਕੋਈ ਦੱਸਿਓ। ਇੱਥੋਂ ਵੈਸਟ ਵਰਜੀਨੀਆ ਤੱਕ ਸਾਨੂੰ ਤਾਂ ਕੋਈ ਪਿਆ ਨਹੀਂ ਟੋਲ, ਵਾਪਸੀ ਤੇ ਬਾਰਡਰ ਤੇ ਇੱਕ ਪੈਂਦਾ, ਉਹ ਦੈਟਸ ਅ ਡਿਫਰੈਂਟ ਸਟੋਰੀ। ਭਾਰਤ ਵਿੱਚ ਟੋਲ ਪਲਾਜ਼ੇ ਹਟਾਉਣ ਦੀ ਤਿਆਰੀ, ਇਹ ਇੱਕ ਵੱਖਰੇ ਕਿਸਮ ਦਾ ਜਜੀਆ ਟੈਕਸ ਆ। ਮੇਰੇ ਖਿਆਲ 'ਚ ਬੰਦਾ ਚੰਡੀਗੜ੍ਹ ਜਾਣ ਤੱਕ ਤਾਂ ਉੱਦਾਂ ਨੰਗ ਹੋ ਜਾਂਦਾ, ਤੇ ਦਿੱਲੀ ਜਾਣਾ ਹੋਵੇ ਤਾਂ ਪੂਰਾ ਹੀ ਨੰਗ ਹੋ ਜਾਂਦਾ। ਐਕਸਟਰਾ ਕਿੰਨਾ ਪੈਸਾ ਜਾਣ ਤੇ ਆਉਣ ਦਾ ਟੋਲ ਪਲਾਜ਼ਾ ਜੀ ਦੇਣਾ ਪੈਂਦਾ। ਕੀ ਕਹਿਣਾ ਚਾਹੋਗੇ? ਲੰਘ ਤਾਂ ਹੁਣ ਵੀ ਹੋਏਗਾ ਚਾਵਲਾ ਸਾਹਿਬ ਦਾ, ਲੰਘ ਨਹੀਂ, ਉਹਦਾ ਕੋਈ ਰੁਕਣ ਵਾਲਾ ਹੈਗਾ। ਟੋਲ ਪਲਾਜ਼ੇ ਚੁੱਕਣੇ ਆ, ਟੋਲ ਟੈਕਸ ਨਹੀਂ ਖਤਮ ਕਰਨਾ। ਤਰੀਕਾ ਅਪਣਾ ਰਹੇ ਹੋ। ਦੇਖੋ ਗਡਕਰੀ ਸਾਹਿਬ ਦਾ ਇੱਕ ਨਵਾਂ ਪੈਟਰਨ, ਨਵਾਂ ਨਮੂਨਾ ਆਇਆ। ਉਹ ਕਹਿੰਦੇ ਆ ਕਿ ਅਸੀਂ ਟੋਲ ਜਿਹੜੇ ਪਲਾਜ਼ੇ ਹੈਗੇ ਆ ਉਹ ਸਾਰੇ ਅਸੀਂ ਚੱਕ ਦੇਣੇ ਆ। ਅੱਛਾ। ਤੇ ਪਰ ਉਹਦਾ ਇੱਕ ਨਵਾਂ ਰੂਪ ਅਸੀਂ ਲੱਭ ਰਹੇ ਹਾਂ, ਨਵਾਂ ਰੂਪ ਤਿਆਰ ਕੀਤਾ ਹੈਗਾ ਕਿ ਕੈਮਰੇ ਲੱਗੇ ਹੋਣਗੇ, ਕੈਮਰਿਆਂ ਦੇ ਵਿੱਚ ਗੱਡੀ ਦਾ ਨੰਬਰ ਸਕੈਨ ਹੋਏਗਾ। ਅੱਛਾ। ਤੇ ਉੱਪਰ ਜੋ ਉਹਦਾ ਹੋਏਗਾ ਫਾਸਟ ਟੈਗ, ਉਹਦੇ ਵਿੱਚ ਪੈਸੇ ਉਹਦੇ ਕੱਟ ਜਾਣਗੇ ਆਪਣੇ ਆਪ ਹੀ। ਅੱਛਾ। ਨੰਬਰ ਤੋਂ ਆਪਣੇ ਆਪ ਪੈਸੇ ਕੱਟ ਜਾਣਗੇ ਉਹਦੇ, ਜਿੱਦਾਂ ਸਾਡੇ ਇੱਥੇ 407 ਹੈ। ਹਾਂ ਬਿਲਕੁਲ ਕੱਟ ਜਾਣਗੇ। ਤੇ ਉਹ ਕਹਿੰਦੇ ਵੀ ਇਹ ਨੰਬਰ ਪਲੇਟਾਂ ਹੁਣ ਕਿਹੜੀਆਂ ਨੇ, 2019 ਤੋਂ ਬਾਅਦ ਨੰਬਰ ਪਲੇਟਾਂ ਨਵੀਆਂ ਆਉਣੀਆਂ ਸ਼ੁਰੂ ਹੋ ਗਈਆਂ ਚਾਵਲਾ ਸਾਹਿਬ ਭਾਰਤ ਦੇ ਵਿੱਚ। ਉਹ 19 ਵਾਲੀਆਂ ਨੰਬਰ ਪਲੇਟਾਂ ਤੇ ਤਾਂ ਠੀਕ ਆ, ਓਕੇ, ਪਰ 2019 ਤੋਂ ਪਹਿਲਾਂ ਕਹਿੰਦਾ ਉਹ ਸਾਰੀਆਂ ਨੰਬਰ ਪਲੇਟਾਂ ਬਦਲਾਉਣੀਆਂ ਪੈਣਗੀਆਂ ਸਾਰਿਆਂ ਨੂੰ। ਜੇ ਸੜਕ ਤੇ ਚੱਲਣਾ ਤੁਸੀਂ, ਜੇ ਸੜਕ ਤੇ ਚੱਲਣਾ ਹੈ ਤਾਂ ਤੁਹਾਨੂੰ ਨੰਬਰ ਪਲੇਟਾਂ ਆਪਣੀਆਂ ਨਵੀਆਂ ਲਿਆਉਣੀਆਂ ਪੈਣਗੀਆਂ। ਅੱਛਾ। ਇੱਕ ਤੇ ਨੰਬਰ ਪਲੇਟਾਂ ਲੈਣ ਵਾਸਤੇ ਪੈਸਾ, ਇੱਕ ਤੇ ਨੰਬਰ ਪਲੇਟਾਂ ਲੈਣ ਵਾਸਤੇ ਧੱਕਾ ਮਤਲਬ ਧੱਕਾ ਉਹ ਵੀ ਪੈਸਾ ਦੇਣਾ ਪੈਣਾ। ਪਲੱਸ ਜਿਨ੍ਹਾਂ ਨੇ ਕਿਤੇ VVIP ਨੰਬਰ ਲੈਣੇ, ਤੇਰੇ ਯਾਰ ਨੇ ਲੈ ਲਿਆ ਨੰਬਰ 0001, ਹਾਂਜੀ, ਉਹ ਹੁਣ 0001 ਉਹਨੂੰ ਉਸੇ ਰੂਪ ਚ ਮਿਲੇਗਾ, ਨਵੇਂ ਰੂਪ ਚ ਮਿਲੇਗਾ, ਜਾਂ ਕੀ ਉਹਦੇ ਚ ਕੀ ਉਹਦੀ ਖਾਸੀਅਤ ਹੋ ਗਈ ਉਸ ਪਲੇਟ ਦੇ ਵਿੱਚ? ਨਹੀਂ, ਨੰਬਰ ਪਲੇਟ ਦਾ ਚਾਵਲਾ ਸਾਹਿਬ ਨੰਬਰ ਤਾਂ ਪੁਰਾਣੇ ਹੋਣਗੇ, ਪਰ ਨੰਬਰ ਪਲੇਟ ਟੈਕਨੀਕਲ ਜਿਹੜੀ ਨੰਬਰ ਪਲੇਟ ਹੈਗਾ ਨਾ, ਡਿਜੀਟਲ ਨੰਬਰ ਪਲੇਟ ਬਣੇਗੀ ਉਹ। ਤੇ ਹੁਣ ਹੋਰ ਵੀ ਗੱਲ ਨਵੀਂ ਆ, ਨੰਬਰ ਪਲੇਟ ਦੀ ਗੱਲ ਤਾਂ ਆਪਾਂ ਕਰ ਲਈ। ਹੋਰ ਵੀ ਗੱਲ ਆ ਕਿ ਇਹ ਸੰਦਰਭ ਦੇ ਵਿੱਚ ਜੇ ਕੋਈ ਟੋਲ ਟੈਕਸ ਦੇਣ ਤੋਂ ਲੰਘ ਜਾਂਦਾ ਹੈ, ਟੈਕਸ ਦਾ ਟੋਲ ਪਲਾਜ਼ਾ ਤਾਂ ਹੋਣਗੇ ਉੱਥੇ ਰੋਕਿਆ ਤਾਂ ਕੋਈ ਹੈ ਨਹੀਂ, ਉਹਦਾ ਕੈਮਰੇ ਲੱਗੇ ਆ, ਪਰ ਟੋਲ ਕਿਸ ਦਾ ਟੋਲ ਲੰਘ ਗਿਆ, ਕਿਸੇ ਹੈਗਾ, ਕਿਹੜਾ ਕਿਸੇ ਰੋਕਣਾ ਹੈਗਾ। ਕੈਮਰੇ ਦੇ ਵਿੱਚ ਸਕੈਨ ਚ ਆ ਗਈ ਜਿਹੜੀ ਹੈਗੀ ਆ ਉਹ ਨੰਬਰ ਪਲੇਟ ਆ ਗਈ ਨਹੀਂ ਹੈਗੀ ਨਾ, ਸਹੀ, ਉਹ ਤਾਂ ਲੰਘ ਗਿਆ ਬੰਦਾ ਤਾਂ। ਪਰ ਕਹਿੰਦਾ ਜੇ ਕੋਈ ਲੰਘੇਗਾ ਉਹਦੀ ਵੀ ਕੈਮਰਾ ਨੋਟ ਕਰੇਗਾ। ਉਹਦੇ ਸੰਬੰਧ ਵੀ ਭਾਰਤ ਸਰਕਾਰ ਇੱਕ ਕਾਨੂੰਨ ਲੈ ਕੇ ਆ ਰਹੀ ਹੈ। ਜੇ ਕੋਈ ਲੰਘ ਜਾਏਗਾ ਨਾ, ਉਹਦੇ ਉੱਪਰ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇੱਕ ਨਵਾਂ ਤੁਸੀਂ ਕਹਿੰਦੇ ਵੀ ਜੱਜੇ ਟੈਕਸ ਆ, ਜੱਜੇ ਟੈਕਸ ਤੋਂ ਵੱਡਾ ਟੈਕਸ ਬਣ ਰਿਹਾ ਚਾਵਲਾ ਸਾਹਿਬ, ਨਵਾਂ ਮਤਲਬ ਕਿ ਕਿਸੇ ਨੇ ਕਿਹਾ ਹੋਣਾ ਨਹੀਂ, ਟੋਲ ਟੈਕਸ ਦਾ ਕੋਈ ਕਾਨੂੰਨ ਨਹੀਂ ਹੋਣਾ, ਪਰ ਭਾਰਤ ਸਰਕਾਰ ਨਵਾਂ ਕਾਨੂੰਨ ਲੈ ਕੇ। ਸਾਡੇ ਇੱਥੇ 407 ਹੈ, ਉਹਦਾ ਸਾਨੂੰ ਇੱਕ ਲੈਣਾ ਪੈਂਦਾ ਵਾ ਆਪਣਾ, ਇੱਕ ਉਹਨੂੰ ਮੋਡਮ ਜਿਹਾ ਲੈਣਾ ਪੈਂਦਾ, ਉਹ ਲਾਇਆ ਹੁੰਦਾ। ਹਾਂਜੀ। ਤੇ ਉਹ ਜਦੋਂ ਅਸੀਂ ਉਸ ਥਾਣੇ ਜਾਣਾ ਤੇ ਸਪੈਸ਼ਲ ਮਤਲਬ ਉਸੇ ਥਾਣੇ ਜਾਣਾ ਤੇ ਉਸੇ ਥਾਣੇ ਆਉਣਾ। ਜੇ ਆਉਣਾ ਡਿਫਰੈਂਟ ਤਰੀਕੇ ਨਾਲ ਵੀ ਆ ਸਕਦੇ, ਪਰ ਜੇ ਤੁਸੀਂ ਇੱਕ ਵਾਰੀ ਚੜ੍ਹ ਗਏ, ਜੇ ਤੁਹਾਡੇ ਕੋਲ ਲੱਗਾ ਹੋਇਆ ਉਹ ਸਿਸਟਮ, ਤੇ ਫਿਰ ਤਾਂ ਤੁਹਾਨੂੰ ਪੈਸੇ ਘੱਟ ਪੈਣੇ ਨੇ। ਜੇ ਤੁਸੀਂ ਉਹ ਤੋਂ ਬਗੈਰ ਚੜ੍ਹਦੇ ਹੋ, ਤੁਹਾਡੀ ਨੰਬਰ ਪਲੇਟ ਦੀ ਫੋਟੋ ਖਿੱਚ ਕੇ ਤੇ ਤੁਹਾਡੇ ਘਰੇ ਜਿੰਨਾ ਬਿੱਲ ਹੈ ਉਹ ਆਟੋਮੈਟਿਕਲੀ ਆ ਜਾਣਾ। ਹਾਂ, ਜੇ ਤੁਸੀਂ ਤੁਹਾਨੂੰ ਕੋਈ ਇੱਥੇ ਟਿਕਟ ਸ਼ਿਕਟ ਮਿਲੀ ਹੋਈ ਆ, ਤੁਸੀਂ ਨਹੀਂ ਪੇ ਕੀਤੀ, ਤੇ ਜਦੋਂ ਤੁਸੀਂ ਅੱਜ ਕੱਲ੍ਹ ਜਿਹੜੇ ਸਾਡੇ ਇੱਥੇ ਇੱਕ ਸਟਿੱਕਰ ਲੱਗਦੇ ਸੀ, ਮਤਲਬ ਗੱਡੀ ਰੀਨਿਊ ਕਰਾਉਣ ਵਾਸਤੇ, ਆਪਣਾ ਜਿਹੜਾ ਬਰਥਡੇ ਦੇ ਮੌਕੇ ਤੇ ਹੈ ਨਾ ਸਟਿੱਕਰ, ਜਿਹਨੂੰ ਕਹਿੰਦੇ ਆ ਪੋਲੂਸ਼ਨ ਟੈਸਟ ਦਾ, ਉਹ ਚੱਕ ਦਿੱਤਾ ਗਿਆ ਸਾਰਾ ਕੁਝ। ਪਰ ਫਿਰ ਵੀ ਉਹਦੇ ਸੰਦਰਭ ਦੇ ਵਿੱਚ ਇਹ ਨਹੀਂ ਆ ਕਿ ਤੁਸੀਂ ਮਤਲਬ ਗੱਡੀ ਨੂੰ ਆਪਣੀ ਨੂੰ ਸਟਿੱਕਰ ਰੀਨਿਊ ਕਰਾਉਣਾ, ਗੱਡੀ ਦਾ ਰਜਿਸਟ੍ਰੇਸ਼ਨ ਰੀਨਿਊ ਕਰਾਉਣੀ ਪੈਂਦੀ ਆ। ਪਰ 407 ਦੇ ਉੱਤੇ ਚੜ੍ਹਦਿਆਂ ਸਾਨੂੰ ਆਪਣਾ ਬਿੱਲ ਜਿਹੜਾ ਹੈ ਉਹ ਘਰੇ ਆਉਂਦਾ ਹੈ ਕਿਲੋਮੀਟਰ ਦੇ ਹਿਸਾਬ ਦੇ ਨਾਲ, ਜਿੰਨੇ ਕਿਲੋਮੀਟਰ ਤੁਸੀਂ ਚੱਲੇ ਹੋ। ਪਹਿਲਾਂ 2-4 ਕਾਲਾਂ ਫਲੈਸ਼ ਹੋ ਰਹੀਆਂ ਨੇ, ਦੇਖ ਲੈਂਦੇ ਆ ਕੀ ਕਹਿਣਾ ਚਾਹੁੰਦੇ ਨੇ। ਵੈਲਕਮ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਚਾਵਲਾ ਜੀ। ਸਤਿ ਸ਼੍ਰੀ ਅਕਾਲ। ਚਾਵਲਾ ਜੀ, USA 'ਚ ਬਥੇਰੇ ਹੈਗੇ ਨੇ ਜੀ, ਤੁਹਾਨੂੰ ਨੋਟ ਹੀ ਨਹੀਂ ਕਰਦੇ ਵੀ ਆਈ ਫੋਟੋ ਖਿੱਚ ਲੈਂਦੇ ਆ। ਜਦੋਂ 90 ਲੈਂਦੇ ਆ ਨਾ ਆਪਾਂ ਨਿਊਯਾਰਕ ਤੋਂ ਵੜ ਕੇ, ਪਹਿਲਾਂ ਹੀ ਉੱਥੇ ਆ ਜਾਂਦੀ ਆ 10 ਮੀਲਾਂ ਬਾਅਦ ਇੱਕ ਪਹਿਲਾ ਟੋਲ ਦਾ। ਅੱਛਾ। ਉਹਨਾਂ ਨੇ ਵੀ ਫੋਟੋ ਖਿੱਚ ਲੈਂਦੇ ਆਪਣੇ 407 ਵਾਂਗੂ, ਕਾਫੀ ਅਪਡੇਟ ਕਰ ਲਏ ਨੇ ਹੁਣ। ਟੋਲ ਬੂਥ ਇਹ ਬੰਦ ਕਰੀ ਜਾਂਦੇ ਆ ਤੇ ਫੋਟੋ ਖਿੱਚ ਕੇ ਟੈਗ ਨਾਲ ਹੀ ਚੱਲੀ ਜਾਂਦਾ। ਕਾਫੀ ਹੈਗੇ ਆ, ਬਾਕੀ ਸਾਰੇ ਸ਼ਹਿਰਾਂ 'ਚ ਹੀ ਨੇ ਜੀ। ਵਾਸ਼ਿੰਗਟਨ DC ਹੋ ਗਿਆ ਤੇ ਲੈਫਟ ਲਾਈਨ ਯੂਜ਼ ਕਰਨੀ ਆ, ਲਾਈਕ ਜਿਹੜੀ ਫਾਸਟ ਆ ਉਹਦੇ ਚੈੱਕ ਲਾਈਨ 'ਚ ਤੁਹਾਨੂੰ ਆਪਣੇ ਟੋਲ ਦਾ ਆਪਣੇ ਟੈਗ ਲੱਗਿਆ ਤਾਂ ਤੁਸੀਂ ਯੂਜ਼ ਕਰ ਸਕਦੇ ਹੋ। ਅੱਛਾ, ਮਤਲਬ ਹੈਗੇ ਆ ਜੀ, ਹੈਗੇ ਆ, ਬਿਲਕੁਲ ਹੈਗੇ ਆ। ਸ਼ਹਿਰਾਂ 'ਚ, ਵੱਡੇ ਸ਼ਹਿਰਾਂ 'ਚ ਤਾਂ ਸਾਰਿਆਂ 'ਚ ਹੀ ਹੈਗੇ ਆ। ਲਾਈਕ ਜਿਹੜਾ 90 ਆਪਾਂ ਨਿਊਯਾਰਕ
ਲੈਂਦੇ ਆ। ਇਹਦੇ ਤੇ ਵੀ ਹੈਗਾ, ਤੁਸੀਂ ਨੋਟਿਸ ਨਹੀਂ ਕੀਤਾ, ਫੋਟੋ ਖਿੱਚ ਲੈਂਦਾ ਹੈ। ਅੱਛਾ, ਨਹੀਂ ਮੈਂ ਕਿਸੇ ਦੇ ਨਾਲ ਗਿਆ ਸੀ ਜੀ, ਮੈਨੂੰ ਇਹ ਨਹੀਂ ਪਤਾ, ਉਹ ਕਹਿ ਰਹੇ ਸੀਗੇ ਹੁਣ ਜਦੋਂ ਉਹਨਾਂ ਨੂੰ ਬਿੱਲ ਆਊਗਾ ਪਤਾ ਲੱਗ ਜੂਗਾ ਫਿਰ। ਹਾਂਜੀ ਹਾਂਜੀ ਹਾਂਜੀ, ਮਿਹਰਬਾਨੀ ਜਨਾਬ, ਥੈਂਕ ਯੂ ਜੀ, ਸੋ ਨਾਈਸ ਆਫ ਯੂ। ਵੇਖ ਲਓ ਜੀ, ਅਸੀਂ ਕਹਿੰਦੇ ਕਿ ਸਾਡੇ ਇੰਡਸਟਰੀ ਦੇ ਵਿੱਚ ਜਿਹੜੇ ਟਰੱਕ ਡਰਾਈਵਰ ਨੇ ਸਾਡੀ ਰੰਗਲਾ ਪੰਜਾਬ ਦੀ ਨਹੀਂ, ਮੈਂ ਸਮਝਦਾ ਕਿ ਸਾਰੇ ਜਿਹੜੇ ਪ੍ਰੋਗਰਾਮ ਕਰਦੇ ਨੇ ਉਹਨਾਂ ਦੀ ਬੈਕਬੋਨ ਹੈ, ਪਰ ਸਾਨੂੰ ਮਾਣ ਜ਼ਿਆਦਾ ਕਿ ਅਸੀਂ 25 ਸਾਲ ਤੋਂ ਇਹਨਾਂ ਨੂੰ ਆਪਣੀ ਬੈਕਬੋਨ ਸਮਝਦੇ ਹਾਂ ਤੇ ਅਸੀਂ ਇਹਨਾਂ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹਾਂ ਤੇ ਸਾਨੂੰ ਪਿਆਰ ਕਰਦੇ ਨੇ। ਲਵ ਯੂ ਆਲ। ਅਗਲੀ ਕਾਲ ਪਲੀਜ਼। ਹੈਲੋ ਜੀ ਚਾਵਲਾ ਸਾਹਿਬ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੈਂ ਕਿਹਾ ਉੱਥੇ ਇੰਡੀਆ 'ਚ ਮੈਨੂੰ ਤਾਂ ਲੱਗਦਾ ਉਹ ਪਲੇਟਾਂ ਕਵਰ ਕਰਕੇ ਨਿਕਲ ਜਾਣਗੇ ਵਿੱਚੋਂ, ਪਰ ਉਹ ਅਗਲੇ ਕਹਿ ਰਹੇ ਨਾ ਲਾ ਵੀ ਲਿਆਂਦਾ ਜਾਊਗਾ। ਅੱਛਾ ਜੀ, ਠੀਕ ਹੈ ਜੀ, ਮਿਹਰਬਾਨੀ ਜੀ। ਹੈਲੋ 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 ਹੈਲੋ, ਹਾਈ ਹਾਈ, ਤੁਸੀਂ ਇੱਥੇ ਹੋ? ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਬੜੀ ਰਿਸਪੈਕਟ ਕਰਾਂ ਤੁਹਾਡੀ ਤੇ ਅਰਸ਼ੀ ਜੀ, ਤੇ ਆਪਣੇ ਜਿਹੜੇ ਜਰਨਲਿਸਟ ਹੈਗੇ ਤੇ ਉਹ ਤਾਂ ਬੜੇ ਸੂਝਵਾਨ ਹੈਗੇ। ਤੁਸੀਂ ਜਿਹੜੀ ਗੱਲ ਕਰਦੇ ਹੋ ਨਾ ਬੜੀ ਠੀਕ ਕਰਦੇ ਹੋ। ਮਿਹਰਬਾਨੀ ਜਨਾਬ, ਥੈਂਕ ਯੂ। ਹਾਂਜੀ, ਤੇ ਬਾਕੀ ਇੱਕ ਨਾ ਵਰਲਡ 1 ਆਰਡਰ ਹੈਗਾ, ਕਦੇ ਸੁਣਿਆ? ਨਹੀਂ ਜੀ, ਨਹੀਂ, ਮੈਂ ਨਹੀਂ ਸੁਣਿਆ। ਵਰਲਡ 1 ਆਰਡਰ ਤੁਸੀਂ ਬੇਸ਼ੱਕ ਰੇਡੀਓ ਤੇ ਬੋਲਦੇ, ਪਰ ਉਹ ਹੈਗਾ ਕਿ ਕੰਟਰੋਲ ਪਾਪੂਲੇਸ਼ਨ ਨੂੰ, ਇਕੋਨਮੀ ਨੂੰ, ਹਾਂਜੀ, ਤੇ ਲੋਕਾਂ ਨੂੰ ਕਿਵੇਂ ਕੰਟਰੋਲ ਕਰਨਾ, ਸਭ ਤੋਂ ਵੱਡੀ ਗੱਲ ਉਹ ਹੈਗੀ। ਹਾਂਜੀ, ਤੇ ਜੇ ਤੁਸੀਂ ਗੱਲ ਕਹੋਗੇ ਨਾ ਹੁਣ ਤੇ ਕਰੋਨਾ ਆ ਗਿਆ, ਇਹ ਉਹ ਸਭ ਕੁਛ ਆ ਗਿਆ। ਮੈਂ ਡਾਕਟਰ ਹੈਗਾ, PhD ਹੈਗਾ ਸਾਈਕੋਲੋਜੀ, ਮੈਂ ਬੜੀ ਵੱਡੀ ਸਟੱਡੀ ਕੀਤੀ। ਇੱਕ ਨਾ ਜੇ ਤੁਸੀਂ $1 ਦੇਖ ਲਓ ਨਾ ਅਮਰੀਕਾ ਦਾ, ਤੇ ਉੱਤੇ 1 ਲਿਖਿਆ ਹੁੰਦਾ, ਤੇ ਉਹ ਲੋਕ ਆਪਾਂ ਨੂੰ ਕੰਟਰੋਲ ਕਰਦੇ ਆ। ਤੇ ਬੇਸ਼ੱਕ ਭਾਈ ਸਾਹਿਬ ਨੂੰ ਪੁੱਛ ਲਓ, ਕੁਛ ਵੀ ਕਰ ਲਓ, ਜਿੱਦਾਂ ਵੀ ਹੋ ਰਿਹਾ, ਜੋ ਕੁਛ ਵੀ ਹੋ ਰਿਹਾ ਨਾ, ਤੇ ਉਹਦੇ ਅੰਦਰ ਹੋ ਰਿਹਾ, ਉਹਦੇ ਸਭ ਕੁਛ ਉਹਦੇ ਅੰਦਰ ਹੋ ਰਿਹਾ, ਸਭ ਕੁਛ ਉਹਦੇ ਅੰਦਰ ਹੋ ਰਿਹਾ। ਬਿਲਕੁਲ, ਸਭ ਕੁਝ ਅੰਦਰ ਹੀ ਹੋ ਰਿਹਾ ਜੀ। ਮਿਹਰਬਾਨੀ, ਥੈਂਕ ਯੂ। ਸੋ ਨਾਈਸ, ਸੋ ਨਾਈਸ, ਥੈਂਕ ਯੂ ਜੀ, ਬਹੁਤ ਮਿਹਰਬਾਨੀ ਜੀ, ਤੁਹਾਡੀ ਕਾਲਸ ਦਾ ਧੰਨਵਾਦ। ਅਸੀਂ ਇੱਕ ਲਾਸਟ ਕੁਐਸਚਨ ਹੈ, ਉਸ ਤੋਂ ਬਾਅਦ ਵਾਈਂਡ ਅਪ ਕਰਾਂਗੇ। ਅੱਛਾ ਕੀਦਾ ਸਾਹਿਬ, ਨੌਜਵਾਨ ਗਾਇਕ ਆ ਵਰਲਡ ਫੇਮਸ ਸਿੱਧੂ ਮੂਸੇਵਾਲ ਦੇ ਕੇਸ ਦੀ ਚਰਚਾ ਚੱਲ ਰਹੀ ਹੈ। ਇੱਕ ਪਤਾ ਲੱਗਾ ਕਿ ਪੁਰਾਣਾ ਗੀਤ ਉਹਦਾ ਰਿਕਾਰਡ ਕੀਤਾ ਹੋਇਆ ਉਹ ਆਉਣਾ ਹੈ, ਉਹਦੀ ਚਰਚਾ ਵੀ ਸ਼ੁਰੂ ਗਈ ਹੈ। ਸਿੱਧੂ ਮੂਸੇਵਾਲ ਦੇ ਕੇਸ ਵਿੱਚ ਅਦਾਲਤ 'ਚ ਪੁਲਿਸ ਨੇ ਚਾਰਜਸ਼ੀਟ ਦਾਖਲ ਕੀਤੀ ਹੈ। ਮੂਸੇਵਾਲ ਕਤਲ ਵਿੱਚ 2 ਮਿਊਜ਼ਿਕ ਇੰਡਸਟਰੀ ਨਾਲ ਜੁੜੇ ਹੋਏ ਨਾਂ ਨੇ, ਜੋਤੀ ਪੰਧੇਰ ਤੇ ਕੰਵਰਪਾਲ ਗਰੇਵਾਲ, ਅਤੇ 5 ਹੋਰ ਨਾਮਜ਼ਦ ਕੀਤੇ ਨੇ, ਤੇ ਉਹਨਾਂ ਤੇ 100 ਧਾਰਾ 20 ਜਿਹੜੀ ਹੈ 120B ਲਾਈ ਗਈ ਹੈ। ਕੀ ਹੈ ਧਾਰਾ ਤੇ ਕੀ ਕਹਿਣਾ ਚਾਹੋਗੇ ਇਹਦੇ ਬਾਰੇ? 100 ਮਤਲਬ ਕਿ ਅਸਲ 'ਚ ਨਾ 2 ਬੰਦੇ ਉਹਨਾਂ ਦੇ ਗੁਆਂਢੀ ਸੀਗੇ ਜੀ, ਉਹ ਵੀ ਕੀਤੇ ਨਾਮਜ਼ਦ ਕੀਤੇ ਆ ਜੀ। ਤੇ ਇਹ 2 ਜਿਹੜੇ ਨਾਲ ਸੀ, ਜਿਹੜੇ ਨਾਲ ਬੈਠੇ ਸੀਗੇ ਉਹ ਜਿਹਨਾਂ ਨੂੰ ਗੋਲੀਆਂ ਲੱਗੀਆਂ, ਜਿਹੜੇ ਨਾਲ ਗਏ ਸੀ ਉਸ ਦਿਨ? ਨਹੀਂ, ਉਹ ਤਾਂ ਗਵਾਹ ਲਿਸਟਾਂ ਵਿੱਚ ਜੀ, ਉਹ ਤਾਂ ਗਵਾਹਾਂ ਦੀ ਲਿਸਟ। ਅੱਛਾ, ਉਹ ਗਵਾਹਾਂ ਦੀ ਲਿਸਟ ਵਿੱਚ। ਤੇ ਹਾਂ, ਜਿਹੜੇ ਅਸਲ ਜਿਹਦੇ ਗੁਆਂਢੀ ਸੀਗੇ 2 ਬੰਦੇ, ਤਾਂ ਉਹਦੇ 3 ਹੋਰ ਨੇ ਜੀ। ਤੇ ਇਹ ਅਸਲ ਨਿਸ਼ਾਨਦੇਹੀ ਕੀਤੀ ਸੀ ਪਰਿਵਾਰ ਨੇ, ਇਹਨਾਂ ਦੀ ਇਹ ਵੀ ਆਉਂਦੇ ਸੀਗੇ। ਇਹ ਜਿਹੜੇ 2 ਬੰਦੇ ਕਲਾਕਾਰ ਇੰਡਸਟਰੀ ਜੁੜੇ ਹੋਏ ਨੇ ਜੀ, ਜੋਤੀ ਪੰਧੇਰ ਤੇ ਕੰਵਰ ਗਰੇਵਾਲ ਨਹੀਂ ਹੈਗਾ ਜੀ, ਕੰਵਰਪਾਲ ਗਰੇਵਾਲ। ਉਹ ਹਾਂ, ਤੇ ਉਹ ਜਿਹੜਾ ਹੈਗਾ ਨਾ ਜੀ, ਇਹ ਵੀ ਜਦੋਂ ਕੈਨੇਡਾ ਆਇਆ ਸੀਗਾ ਸਿੱਧੂ ਮੂਸੇਵਾਲਾ, ਤੇ ਉਦੋਂ ਤੋਂ ਇਹਨਾਂ ਦੇ ਨਾਲ ਜੁੜੇ ਇਕੱਠੇ ਸੀਗੇ, ਤੇ ਉਸ ਤੋਂ ਬਾਅਦ ਇਹ ਇਕੱਠੇ ਵੀ ਰਹਿਣ ਤੋਂ ਬਾਅਦ ਫਿਰ ਇਹਨੂੰ ਤੰਗ ਵੀ ਕਰਦੇ ਰਹੇ ਨੇ। ਇਹ ਵੀ ਗੱਲ ਆਈ ਆ, ਉਹਦੇ ਬਲਕੌਰ ਸਿੰਘ ਦੇ ਪਿਤਾ ਵੱਲੋਂ ਗੱਲ ਨਿਸ਼ਾਨਦੇਹੀ ਕੀਤੀ ਹੈ। ਤੇ ਫਿਰ 5 ਬੰਦੇ 120 ਸਾਜ਼ਿਸ਼, ਕੌਂਸਪੀਰੇਸੀ ਧਾਰਾ ਹੁੰਦੀ ਹੈ, ਇਹਨਾਂ ਨੇ ਸਾਜ਼ਿਸ਼ ਕਰਕੇ ਮਰਵਾਇਆ, ਉਹਨੂੰ ਕੌਂਸਪੀਰੇਸੀ ਕਰਕੇ ਮਰਵਾਇਆ। ਦੱਸਦੇ ਇੰਦਰਾ ਗਾਂਧੀ ਦੇ ਕਤਲ ਦੇ ਵਿੱਚ ਕੇਰ ਸਿੰਘ ਤੇ 120 ਵੀ ਲੱਗੀ ਸੀਗੀ, ਉਹਨੂੰ ਫਾਂਸੀ ਹੋਈ ਸੀਗੀ। ਦੱਸਦੇ ਕਿ ਜਗੀਰ ਕੌਰ ਦੇ ਕੁੜੀ ਮਾਰਨ ਦੇ, ਉਹਦੀ ਕੁੜੀ ਦਾ ਬੱਚਾ ਜਾਂ ਕੁੜੀ ਮਾਰਨ ਦੇ ਮਾਮਲੇ ਵਿੱਚ ਵੀ 120 ਵੀ ਲੱਗੀ ਸੀਗੀ, ਉਹਦੀ ਸਜ਼ਾ 5 ਸਾਲ ਦੀ ਹੋਈ ਸੀਗੀ। 120 ਦੀ ਧਾਰਾ ਬਹੁਤ ਖਤਰਨਾਕ ਹੁੰਦੀ ਆ, ਜਿੱਡਾ ਵੱਡਾ ਕਤਲ ਦਾ ਜਿੰਨਾ ਵੱਡਾ ਕੇਸ ਆ ਨਾ ਜੀ, ਉਸ ਤੋਂ ਵੱਡੀ ਧਾਰਾ ਹੁੰਦੀ ਆ ਇਹ, ਕੌਂਸਪੀਰੇਸੀ ਕਰਨੀ, ਸਾਜ਼ਿਸ਼ ਕਰਨੀ, ਇਹ ਹੈਗੀ ਆ ਜੀ। ਦੂਜੀ ਗੱਲ ਇਹ ਹੈ ਚਾਵਲਾ ਸਾਹਿਬ ਕਿ ਇਹਦੇ ਵਿੱਚ ਤਕਰੀਬਨ ਕਾਫੀ ਵੱਡੀ ਲਿਸਟ ਹੈਗੀ ਆ, 35 ਤੋਂ ਵੱਧ ਬੰਦੇ ਨੇ ਜੀ, ਤੇ ਜਿਨ੍ਹਾਂ ਵਿੱਚੋਂ 22 ਦੇ ਕਰੀਬ ਬੰਦੇ ਗ੍ਰਿਫਤਾਰ ਕੀਤੇ ਜਾ ਚੁੱਕੇ ਆ। 3 ਬੰਦੇ ਅਰੈਸਟ ਨੇ, 2 ਬੰਦੇ ਜਿਹੜੇ ਹੈਗੇ ਆ ਉਹ ਆਪਣਾ ਮਾਰੇ ਜਾ ਚੁੱਕੇ ਨੇ,
ਉਹਦੇ ਵਿੱਚ ਮੁਕਾਬਲੇ ਦੇ ਵਿੱਚ। ਇੱਕ ਕੋਈ ਮੁੰਡੀਆਂ ਹੈਗਾ, ਸੰਦੀਪ ਮੁੰਡੀਆਂ, ਉਹ ਬੰਦਾ ਅਜੇ ਬਾਹਰ ਹੈਗਾ ਉਹਦੇ ਵਿੱਚੋਂ। ਤੇ ਇਹਨਾਂ ਨੇ ਗੱਲ ਆਖੀ ਹੈ ਹੁਣ ਲਾਰੈਂਸ ਬਿਸ਼ਨੋਈ ਨੇ, ਜਿਹੜਾ ਕਿ ਉੱਥੇ ਫਿਲੀਪੀਨ ਦੇ ਵਿੱਚ ਦਵਿੰਦਰ ਵੀ ਕਹਿਣ ਦਾ ਬੰਦਾ ਮਾਰਿਆ ਮਨਦੀਪ ਨਾਲ ਹੀ, ਤੇ ਨਾਲ ਹੀ ਲਾਰੈਂਸ ਬਿਸ਼ਨੋਈ ਨੇ ਉਹਦੀ ਫਿਲੀਪੀਨ ਦੇ ਵਿੱਚ ਮਾਰੇ ਗਏ ਬੰਦੇ ਦੀ ਜ਼ਿੰਮੇਵਾਰੀ ਲੈ ਲਈ ਆ, ਤੇ ਨਾਲ ਹੀ ਐਲਾਨ ਵੀ ਕਰਤਾ ਕਿ ਜਿਨ੍ਹਾਂ ਨੇ ਸਾਡੇ ਸ਼ੂਟਰ ਮਨਪ੍ਰੀਤ ਮੋਨੂ ਤੇ ਜਗਰੂਪ ਰੂਪਾ ਮਾਰੇ ਆ ਨਾ ਜੀ ਪੁਲਿਸ ਨੇ, ਅਸੀਂ ਲਵਾਂਗੇ ਬਦਲਾ ਉਹਦਾ। ਹੁਣ ਪੁਲਿਸ ਤੋਂ ਬਦਲਾ ਲੈਣ ਦੀ ਗੱਲ ਪੁਲਿਸ ਵੱਲ ਨੂੰ ਨਿਕਲ ਗਿਆ ਗੈਂਗਸਟਰ। ਜੇਕਰ ਬਠਿੰਡੇ ਦੀ ਗੱਲ ਕਰਦੇ ਆ, ਬਠਿੰਡੇ ਦੇ ਵਿੱਚ ਇੱਕ ਬੰਦਾ ਗੈਂਗਸਟਰ ਸੁਖਪ੍ਰੀਤ ਬੁੱਢਾ, ਉਹਦੇ ਕੇਸ ਕੂਸ ਹੋਇਆ ਕੋਈ, ਉਸ ਦੇ ਸੰਦਰਭ ਵਿੱਚ ਬੰਬੀਹਾ ਗੈਂਗ ਨੇ ਧਮਕੀ ਦਿੱਤੀ ਹੈ ਪੁਲਿਸ ਨੂੰ। ਦੋਵੇਂ ਗੈਂਗ ਨੇ ਧਮਕੀ ਦਿੱਤੀ ਹੈ ਪੁਲਿਸ ਨੂੰ, ਸਾਡੇ ਤੁਸੀਂ ਬੰਦੇ ਨੂੰ ਪਰੇਸ਼ਾਨ ਨਾ ਕਰੋਗੇ ਤਾਂ ਅਸੀਂ ਤੁਹਾਨੂੰ ਚੇਤਾਵਨੀ ਦੇਵਾਂਗੇ, ਸਿੱਧਾ ਕੰਮ ਕਰਾਂਗੇ। ਇਹ ਹੁਣ ਇੱਧਰ ਤੱਕ ਗੱਲ ਤੁਰ ਪਈ ਹੈ। ਗੈਂਗਵਾਰ ਹੋਣ ਦੀ ਸੰਭਾਵਨਾ ਪੰਜਾਬ ਅਜੇ ਹੀ ਬਣੀ ਹੋਈ ਆ। ਕੇਂਦਰ ਸਰਕਾਰ ਦਾ ਅਲਰਟ ਹੈਗਾ ਦਿੱਤਾ ਹੋਇਆ। ਗੈਂਗਵਾਰ ਤਾਂ ਹੈ ਹੀ ਹੈ। ਜੇ ਗੈਂਗਵਾਰ ਨੂੰ ਵੇਖੀਏ ਤਾਂ ਆਪਾਂ ਬਿਸ਼ਨੋਈ ਗਰੁੱਪ ਤੇ ਜਿਹੜਾ ਬੰਬੀਹਾ ਗਰੁੱਪ ਆ ਉਹ ਗੈਂਗਵਾਰ ਹੈ, ਮਤਲਬ ਆਮੋ ਸਾਹਮਣੇ ਨੇ। ਉਹ ਕਹਿੰਦੇ ਕਿ ਸਾਡਾ ਬੰਦਾ ਮਾਰਿਆ ਅਸੀਂ ਬਖਸ਼ਣਾ ਨਹੀਂ, ਪਰ ਨਾਲ ਪੁਲਿਸ ਦੇ ਨਾਲ ਵੀ ਇਹਨਾਂ ਦੀ ਆਮੋ ਸਾਹਮਣੇ ਹੋ ਗਈ। ਬਿਲਕੁਲ ਸੱਚੇ ਹੋ ਗਏ ਨਾ, ਟਰਾਈਐਂਗਲ ਬਣ ਗਿਆ। ਪੁਲਿਸ ਨੇ ਨਾ ਜੀ ਜਿਹੜੇ 4 ਬੰਦੇ ਵਿਦੇਸ਼ ਦੇ ਪਾਏ ਨੇ ਵਿੱਚ ਚਾਰਜਸ਼ੀਟ ਦੇ ਵਿੱਚ, ਜਿਹਦੇ ਵਿੱਚ ਕਿ ਗੋਲਡੀ ਬਰਾੜ ਵੀ ਹੈਗਾ। 4 ਬੰਦਿਆਂ ਵਿੱਚ ਵਿਦੇਸ਼ ਦੇ ਬੰਦੇ ਪਾਏ ਨੇ ਜੀ, ਤੇ ਉਹਦੇ ਵਿੱਚ ਕਾਫੀ ਲੰਮੀ ਲਿਸਟ, 40 ਦੇ ਕਰੀਬ ਲਿਸਟ ਗਵਾਹਾਂ ਦੀ ਹੈ ਜੀ, ਜਿਨ੍ਹਾਂ ਵਿੱਚ ਕਿ 2 ਮੁੰਡੇ ਉਹ ਵੀ ਗਵਾਹ ਹੈਗੇ ਆ ਜਿਹੜੇ ਮੁੰਡੇ ਨਾਲ ਸੀਗੇ, ਤੇ 100 ਤੋਂ ਵੱਧ ਪੇਜ ਦੀ ਚਾਰਜਸ਼ੀਟ ਹੈ ਜੀ ਜਿਹੜੀ ਤਿਆਰ ਕੀਤੀ ਹੈ। ਵੱਡੀ ਗੱਲ ਪੁਲਿਸ ਨੇ ਇਹ ਕੀਤੀ ਹੈ ਕਿ 90 ਦਿਨ ਦੇ ਵਿੱਚ ਚਾਰਜਸ਼ੀਟ ਪੇਸ਼ ਕਰਨੀ ਹੁੰਦੀ ਆ ਅਦਾਲਤ ਵਿੱਚ, ਤੇ ਉਹ ਪੇਸ਼ ਕਰ ਦਿੱਤੀ ਹੈ। ਜੇ 90 ਦਿਨਾਂ ਵਿੱਚ ਚਾਰਜਸ਼ੀਟ ਨਾ ਪੇਸ਼ ਕੀਤੀ ਜਾਵੇ ਤਾਂ ਮੁਲਜ਼ਮਾਂ ਨੂੰ ਜ਼ਮਾਨਤ ਮਿਲਣ ਦੀ ਸੰਭਾਵਨਾ ਹੁੰਦੀ ਹੈ। ਹੁਣ ਚਾਰਜਸ਼ੀਟ ਪੇਸ਼ ਹੋ ਚੁੱਕੀ ਆ, ਤੇ 90 ਦਿਨ ਤੋਂ ਪਹਿਲਾਂ ਹੁਣ ਮੁਲਜ਼ਮਾਂ ਨੂੰ ਜ਼ਮਾਨਤ ਮਿਲਣੀ ਔਖੀ ਹੈ। ਚੱਲਦਾ ਇੱਕ ਗੀਤ ਦੀ ਮੈਂ ਜ਼ਿਕਰ ਕੀਤਾ ਸੀ ਸਿੱਧੂ ਮੂਸੇਵਾਲ ਦਾ, ਅਫਸਾਨਾ ਖਾਨ ਦੇ ਨਾਲ, ਜਾਂਦੀ ਵਾਰੀ। ਉੱਤੇ ਪਰਿਵਾਰ ਖਫਾ ਹੈ, ਕਹਿੰਦੇ ਕਿ ਸਲੀਮ ਮਰਚੈਂਟ ਨੂੰ ਚੇਤਾਵਨੀ ਦਿੱਤੀ ਹੈ, ਕੀ ਕਹਿਣਾ ਚਾਹੋਗੇ? ਹਾਂ, ਜਾਂਦੀ ਵਾਰੀ ਉਹਦਾ ਗੀਤ ਹੈਗਾ ਜੀ, ਅਫਸਾਨਾ ਖਾਨ ਦੇ ਨਾਲ ਗੀਤ ਆ। ਅਫਸਾਨਾ ਖਾਨ ਨੇ ਬੜਾ ਪਿੱਛੇ ਦੇ ਦਿਨਾਂ ਦੇ ਵਿੱਚ ਕਾਫੀ ਚਰਚਾ ਕੀਤੀ ਹੈ ਇਹਦੀ ਸਿੱਧੂ ਦੀ, ਤੇ ਮੇਰੇ ਖਿਆਲ ਚ ਉਹੀ ਸੀਗਾ ਜਿਹੜਾ ਹੁਣ ਇਹ ਹੈਗਾ ਮਰਚੈਂਟ ਹੈਗਾ ਜੀ, ਤੇ ਇਹਨਾਂ ਨੂੰ ਰੋਕਿਆ ਹੈਗਾ ਵੀ ਤੁਸੀਂ ਇਹ ਗੀਤ ਨੂੰ ਰਿਲੀਜ਼ ਨਹੀਂ ਕਰਨਾ, ਜੇ ਕਰੋਗੇ ਕਾਨੂੰਨੀ ਕਾਰਵਾਈ ਕਰਾਂਗੇ। ਭਾਵੇਂ ਕਿ ਮਰਚੈਂਟ ਜਿਹੜਾ ਹੈਗਾ ਉਸਨੇ ਕਹਿਤਾ ਸੀ ਇਹ ਕਿ ਇਹਦਾ ਇੱਕ ਹਿੱਸਾ, ਕਮਾਈ ਦਾ ਇੱਕ ਹਿੱਸਾ ਸਿੱਧੂ ਮੂਸੇਵਾਲੇ ਦੇ ਪਰਿਵਾਰ ਨੂੰ ਜਾਵੇਗਾ, ਪਰ ਪਰਿਵਾਰ ਨੇ ਕਹਿਤਾ ਕਿ ਇਸ ਗੀਤ ਨੂੰ ਰਿਲੀਜ਼ ਨਹੀਂ ਕਰਨਾ। ਹੁਣ ਸਲੀਮ ਮਰਚੈਂਟ ਵਰਗੇ ਬੰਦੇ ਵੱਡੇ ਨੇ ਜੀ, ਉਹਨਾਂ ਦਾ ਤਾਂ ਸਿੱਧੂ ਮੂਸੇਵਾਲੇ ਨਾਲ ਕੰਟਰੈਕਟ ਹੋਇਆ ਹੋਇਆ ਨਾ, ਕਿ ਤਾਂ ਹੀ ਅਫਸਾਨਾ ਨਾਲ ਗੀਤ ਗਾਇਆ ਨਾ ਜੀ। ਜੀ ਅਫਸਾਨਾ ਨਾਲ ਗੀਤ ਗਾਉਣ ਦਾ ਮਕਸਦ ਹੀ ਇਹ ਹੈ ਨਾ ਜੀ, ਕਿ ਅਫਸਾਨਾ ਕਿਸੇ ਨਾਲ ਗੀਤ ਕਿਵੇਂ ਗਾ ਸਕਦੀ ਹੈ, ਕੋਈ ਕਲਾਕਾਰ ਹੋ ਉਹਦਾ ਕਿਵੇਂ ਗੀਤ ਗਾ ਸਕਦੇ ਕਿਸੇ ਨਾਲ। ਜੇ ਅਫਸਾਨਾ ਨਾਲ ਗੀਤ ਗਾਇਆ ਦਾ ਮਤਲਬ ਬੜੇ ਵੱਡੇ ਕਾਰਨ ਹੋਣਗੇ। ਹੁਣ ਮੂਸੇਵਾਲਾ ਪਰਿਵਾਰ ਜਿਹੜਾ ਹੈਗਾ, ਤੇ ਉਹ ਪਤਾ ਨਹੀਂ ਮਤਲਬ ਕਿਉਂ, ਕਿਸ ਤਰੀਕੇ ਨਾਲ ਕਿਵੇਂ ਗੱਲ ਕਰ ਰਿਹਾ, ਕੌਣ ਬੰਦੇ ਸਲਾਹਕਾਰ ਨੇ, ਤੇ ਕੋਈ ਵੀ ਗੀਤ, ਕੋਈ ਵੀ ਸਿੱਧੂ ਮੂਸੇਵਾਲੇ ਪੁਰਾਣੀਆਂ ਚੀਜ਼ਾਂ ਨੇ, ਬੇਸ਼ੱਕ ਉਹਦੇ ਨਾਲ ਹੁਣ ਜੁੜਿਆ ਹੈ ਪੈਸਾ, ਕਿ ਉਹਦੇ ਨਾਲ ਪੈਸਾ ਆਉਂਦਾ ਹੈ, ਇਸ ਕਰਕੇ ਮੂਸੇਵਾਲਾ ਪਰਿਵਾਰ ਥੋੜੀ ਤਕਲੀਫ ਲੱਗਦੀ ਹੈ। ਪਰ ਜਿਹੜਾ ਹੈਗਾ ਜੋ ਕੁਝ ਪਿਆ ਸਿੱਧੂ ਮੂਸੇਵਾਲੇ ਦਾ ਮਾਰਕੀਟ ਦੇ ਵਿੱਚ, ਜੋ ਅਗੋਸਤ ਪਿਆ, ਜੋ ਚੁੱਪ ਪਿਆ, ਉਹਨੂੰ ਮਾਰਕੀਟ ਚ ਆਉਣ ਚ ਕੀ ਪ੍ਰੋਬਲਮ ਹੈਗੀ ਆ ਜੀ। ਬਾਕੀ ਤੁਹਾਡੀ ਗੱਲ ਤੇ ਦਮ ਹੈ ਕਿ ਜੇ ਅਫਸਾਨਾ ਖਾਨ ਨੇ ਸਿੱਧੂ ਮੂਸੇਵਾਲੇ ਦਾ ਗੀਤ ਗਾਇਆ ਵਾ, ਰਿਕਾਰਡ ਪਿਆ, ਤੇ ਉਸ ਕੰਪਨੀ ਨੇ ਸਾਈਨ ਕੀਤੇ ਨੇ, ਉਹ ਕਹਿੰਦਾ ਮੈਂ ਇਹਨਾਂ ਦੇ ਘਰੇ ਆਇਆ ਸੀ, ਉੱਥੇ ਗੱਲਬਾਤ ਹੋਈ, ਫਿਰ ਸਾਡਾ ਇਸ ਗੀਤ ਦੀ ਰਿਕਾਰਡਿੰਗ ਹੋਈ, ਤੇ ਹੁਣ ਕੱਚੀਆਂ ਗੋਲੀਆਂ ਤਾਂ ਸਿੱਧੂ ਨੇ ਵੀ ਨਹੀਂ ਖੇਡੀਆਂ। ਉਹਨੂੰ ਪਤਾ ਹੈ ਕਿ ਮੇਰੇ ਹਰ ਗੀਤ ਦੇ ਉੱਤੇ, ਮੇਰੇ ਕਹੇ ਹੋਏ ਇੱਕ ਲਫ਼ਜ਼ ਦੇ ਉੱਤੇ ਕਿੰਨੇ ਹਿੱਟ ਹੁੰਦੇ ਨੇ ਤੇ ਕਿੰਨਾ ਪੈਸਾ ਡਿੱਗਦਾ ਮੇਰੇ ਖਾਤੇ ਦੇ ਵਿੱਚ, ਹਨਾ ਜੀ। ਤੇ ਉਹਨੂੰ ਕਿਉਂਕਿ ਉਹਦੇ دیਵਾਨੇ ਸੀ ਲੋਕ, ਉਹਦੀ ਫੋਟੋ ਨੂੰ ਸ਼ੇਅਰ ਕਰਕੇ ਹੀ ਕਿੰਨੇ ਪੈਸੇ ਬਣ ਜਾਂਦੇ ਨੇ। ਸੋ ਉਹਨੇ ਜਦੋਂ ਸਾਈਨ ਕੀਤੇ ਹੋਣਗੇ ਕੁਝ ਸ਼ਰਤਾਂ ਦੇ ਤਹਿਤ ਕੀਤੇ ਹੀ ਹੋਣਗੇ। ਬਾਕੀ ਚਲੋ ਮਾਂ ਬਾਪ ਜ਼ਿਆਦਾ ਜਾਣਦੇ ਨੇ ਜੀ। ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਜੀ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।